ਜਿਹੜੀ ਫੈਡਰੇਸ਼ਨ ਦੀ ਥਾਂ ਲੈਣ ਲਈ ਮਜੀਠੀਏ ਸੁਖਬੀਰ ਨੇ ਤੇ ਰਾਜੂ ਖੰਨੇ ਵਰਗਿਆਂ ਨੇ ਸੋਈ ਬਣਾਈ ਸੀ, ਉਹਦਾ ਕੋਈ ਆਧਾਰ ਵਕਾਰ ਅੱਜ ਦਿਖਦਾ ਨਹੀਂ। ਤੇ ਸੋਈ ਦਾ ਮੈਂਬਰ ਬਣਨ ਦੇ ਲਈ ਕੋਈ ਵੀ ਨਵਾਂ ਨੌਜਵਾਨ ਉਵੇਂ ਉਤਸ਼ਾਹਤ ਨਹੀਂ ਜਿਵੇਂ ਹੋਣਾ ਚਾਹੀਦਾ, ਖਤਮ ਹੈ ਇੱਕ ਤਰੀਕੇ। ਤੇ ਜਦੋਂ ਤੁਹਾਡੇ ਕੋਲ ਇਸ ਤਰੀਕੇ ਦੀਆਂ ਧਿਰਾਂ ਧੜੇ ਨਾ ਹੋਣ ਤੇ ਫਿਰ ਤੁਹਾਨੂੰ ਕਿੱਥੋਂ ਵੋਟ ਤੇ ਸਪੋਰਟ ਮਿਲ ਜੇ। ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਇੱਕ ਸਿੱਖ ਜਥੇਬੰਦੀ ਦਾ ਬਹੁਤ ਲੋੜ ਆ, ਜਿਹੜੀ ਕੌਮ ਨੂੰ, ਨੌਜਵਾਨ ਵਰਗ ਨੂੰ, ਦੇਖੋ ਜੇਕਰ ਇਹੋ ਜਿਹੀ ਫੈਡਰੇਸ਼ਨ ਵਰਗੀ ਨਵੀਂ ਧਿਰ ਨਾ ਉੱਭਰੀ ਤਾਂ ਸਾਡੇ ਨੌਜਵਾਨ ਬੱਚੇ ਬੱਚੀਆਂ ਆਮ ਆਦਮੀ ਪਾਰਟੀ ਦਾ ਝੰਡਾ ਚੱਕਣਗੇ, ਕਾਂਗਰਸ ਦਾ ਚੱਕਣਗੇ, ਭਾਜਪਾ ਦਾ ਚੱਕਣਗੇ। ਅਕਾਲੀ ਹੋਣ ਦਾ ਦਰਦ ਹੰਢਾ ਰਿਹਾ ਜਿਹੜੇ ਲੋਕ ਕਿ ਅਸੀਂ ਕਿਹੜੇ ਕੁਝ ਡਿੱਗੀਏ। ਅਸੀਂ ਤਾਂ ਸੁਖਬੀਰ ਨੂੰ ਜਾਂ ਸੁਖਬੀਰ ਦੀ ਜੁੰਡਲੀ ਨੂੰ ਨਹੀਂ ਕਿਹਾ ਸੀ ਨਾ ਕਿ ਤੁਸੀਂ ਬਰਗਾੜੀ ਤੇ ਬਹਿਬਲ ਕਰ ਦਿਓ। ਅਸੀਂ ਥੋੜੀ ਕਿਹਾ ਸੀਗਾ ਕਿ ਤੁਸੀਂ ਸੈਣੀ ਵਰਗੇ ਬੁੱਚੜਾਂ ਨੂੰ ਅਹੁਦੇ ਦਿਓ। ਆ ਜਿਹੜਾ ਕੁਝ ਪੰਜਾਬ ਦੇ ਵਿੱਚ ਹੋਇਆ, ਜਿਹਦੇ ਨਾਲ ਕੌਮ ਦੀ ਦੁਰਗਤੀ ਹੋਈ, ਇਹ ਸਾਰਾ ਕੁਝ ਅਸੀਂ ਤਾਂ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਸੀ, ਪਰ ਅੱਜ ਅਸੀਂ ਹੋਰ ਜ਼ਿਆਦਾ ਦੁਖੀ ਆ ਕਿ ਅਸੀਂ ਕਾਹਦੇ ਅਕਾਲੀ ਆ ਜੇ ਸਾਡੇ ਪੁੱਤ ਪੋਤੇ ਕਾਂਗਰਸ ਨਾਲ, ਭਾਜਪਾ ਨਾਲ ਜਾਂ ਆਪ ਨਾਲ ਤੁਰ ਪੈਣ। ਮੰਨ ਲਈ ਗੱਲ ਕਿ ਸੁਖਬੀਰ ਤੇ ਉਹਦੀ ਜੁੰਡਲੀ ਨੇ ਕੋਈ ਕਸਰ ਨਹੀਂ ਛੱਡੀ, ਪਰ ਇਸ ਗੱਲ ਦੇ ਨਾਲ ਪੰਥਕ ਪਰਿਵਾਰਾਂ ਦੇ ਬੱਚੇ ਕਿਹੜੇ ਖੂਹ 'ਚ ਸਿੱਟੇ ਜਾਣ। ਉਹਨਾਂ ਨੂੰ ਆ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਅਯਾਸ਼ੀ, ਬਦਮਾਸ਼ੀ ਤੇ ਨਸ਼ੇ ਨਾਲ ਜੋੜਿਆ ਜਾ ਰਿਹਾ, ਗੰਦਗੀ ਨਾਲ ਜੋੜਿਆ ਜਾ ਰਿਹਾ, ਅਸ਼ਲੀਲਤਾ ਨਾਲ ਜੋੜਿਆ ਜਾ ਰਿਹਾ, ਦੁਰਾਚਾਰ ਤੇ ਵਿਵਚਾਰ, ਇਹਨੂੰ ਇੱਕ ਆਮ ਗੱਲ ਬਣਾਇਆ ਜਾ ਰਿਹਾ। ਇਹ ਸਾਡੇ ਬੱਚੇ ਬੱਚੀਆਂ ਨੂੰ ਕਿਹਨੇ ਸਾਂਭਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਦੇ ਬਾਦਲ ਧੜੇ ਵੱਲੋਂ ਥਾਪੇ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਿਸ ਦਿਨ ਉਹਨਾਂ ਦੀ ਦਸਤਾਰਬੰਦੀ ਹੋਈ ਬਤੌਰ ਕੇਸਗੜ੍ਹ ਸਾਹਿਬ ਤਖਤ ਦੇ ਜਥੇਦਾਰ, ਉਸ ਦਿਨ ਕਾਫੀ ਜ਼ਿਆਦਾ ਵਿਰੋਧ ਜਿਹੜਾ ਸੀਗਾ ਹੋ ਰਿਹਾ ਸੀ। ਬੇਸ਼ੱਕ ਦਮਦਮੀ ਟਕਸਾਲ ਤੇ ਨਿਹੰਗ ਦਲਾਂ ਵੱਲੋਂ ਵਿਰੋਧ ਹੋਇਆ, ਪਰ ਉਹਦੇ ਪਿੱਛੇ ਪੰਥ ਦੀ ਭਾਵਨਾ ਤਾਂ ਸੀਗੀ ਹੋਈ। ਤੇ ਜਿਸ ਤਰੀਕੇ ਨਾਲ ਉਸ ਦਿਨ ਹਫੜਾ ਦਫੜੀ ਦੇ ਵਿੱਚ ਹਨੇਰੇ ਸਵੇਰੇ ਡੰਗ ਸਾਰਿਆ ਗਿਆ, ਉਹਨੇ ਇਹ ਮਸਲਾ ਹੋਰ ਵੀ ਜ਼ਿਆਦਾ ਕੰਪਲੀਕੇਟਡ ਕਰਤਾ ਸੀ। ਤੇ ਉਧਰੋਂ ਇੱਕ ਹੋਰ ਕੰਮ ਇਹ ਹੋਇਆ ਪਿਆ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨਾਲ ਨੇੜਤਾਵਾਂ ਦਾ ਹੋਣਾ, ਮੌਜੂਦਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ, ਕਾਰਜਕਾਰੀ ਜਥੇਦਾਰ ਥਾਪਿਆ ਜਾਣਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ, ਇਹ ਵੀ ਇੱਕ ਅੜਚਣ ਬਣ ਗਿਆ। ਅਜੇ ਤੱਕ ਧਾਮੀ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਸ ਤਰੀਕੇ ਨਾਲ ਤਾਲਮੇਲ ਨਹੀਂ ਬਿਠਾਇਆ। ਤੇ ਇਸ ਮਸਲੇ ਦੇ ਵਿੱਚ ਆਮ ਤੌਰ ਤੇ ਬੀਤੇ ਦੌਰ ਵਿੱਚ ਵੀ ਹੁੰਦਾ ਰਿਹਾ ਵੀ ਜਦੋਂ ਵੀ ਜਥੇਦਾਰ ਕੋਈ ਲਾਹੇ ਜਾਂਦੇ ਰਹੇ ਤੇ ਜਦੋਂ ਵੀ ਬਾਦਲ ਧੜੇ ਵਾਲਿਆਂ ਨੇ ਆਪਦੀ ਮਰਜ਼ੀ ਨਾਲ ਨਵੇਂ ਜਥੇਦਾਰ ਲਾਏ ਤਾਂ ਕੁਝ ਸਮੇਂ ਬਾਅਦ ਵਿਰੋਧ ਜਿਹੜਾ ਹੈਗਾ ਉਹ ਅੱਡ-ਅੱਡ ਕਾਰਨਾਂ ਕਰਕੇ ਮੱਠਾ ਪੈ ਜਾਂਦਾ। ਪਰ ਇਸ ਵਾਰ ਸਥਿਤੀ ਪਹਿਲਾਂ ਵਰਗੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਆਸ ਸੀ, ਸਾਨੂੰ ਵੀ ਕਈ ਭਰਾ ਕਹਿੰਦੇ ਰਹੇ ਆ ਕਿ ਜੀ ਬੇਸ਼ੱਕ ਅੱਜ ਕੌਮ ਦੇ ਅੰਦਰ ਰੋਸ ਹੈ, ਪਰ ਸਮਾਂ ਇਹੋ ਜਿਹਾ ਆ ਜਾਏਗਾ ਵੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਥਾਪੇ ਸੀ ਉਦੋਂ ਵੀ ਲੋਕਾਂ ਨੂੰ ਇਤਰਾਜ਼ ਸੀ। ਔਰ ਅਸੀਂ ਆਪ, ਮੈਂ ਖੁਦ ਇਸ ਗੱਲ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਗਿਆਨੀ ਗੁਰਬਚਨ ਸਿੰਘ ਜਿਹੜਾ ਉਹਦਾ ਜਾਣਾ ਤਾਂ ਚੰਗੀ ਗੱਲ ਆ, ਕਿਉਂਕਿ ਉਹਨੂੰ ਤਾਂ ਬਹੁਤ ਪਹਿਲਾਂ ਫਾਰਗ ਹੋ ਜਾਣਾ ਚਾਹੀਦਾ ਸੀ। ਪਰ ਜਥੇਦਾਰਾਂ ਦੇ ਸੇਵਾ ਨਿਯਮ ਘੜ ਕੇ ਆਪਾਂ ਜਥੇਦਾਰ ਲੈ ਕੇ ਆਈਏ, ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਇਸ ਤਰ੍ਹਾਂ ਨਾ ਕਰੋ, ਪਰ ਕੌਣ ਸੁਣਦਾ ਜੀ। ਤੇ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਜਿਹੜਾ ਮਸਲਾ, ਉਹਦੇ 'ਚ ਵੀ ਇਹੀ ਆ ਵੀ ਸੇਵਾ ਨਿਯਮ ਜੇ ਕਿਤੇ ਬਣ ਸਕਦੇ ਹੋ, ਪਰ ਆਪਾਂ ਨੂੰ ਜਿਹੜਾ ਵਹਿਮ ਸੀਗਾ ਕਈਆਂ ਨੂੰ ਕਿ ਜੀ ਸਰਦਾਰ ਹਰਜਿੰਦਰ ਸਿੰਘ ਧਾਮੀ ਤਖਤਾਂ ਦੇ ਸੇਵਾਦਾਰ ਜਥੇਦਾਰ ਲਾਉਣ ਦੇ ਸੇਵਾ ਨਿਯਮ ਕਢਾਉਣ ਵਾਲੀ ਪਾਸੇ ਨੂੰ ਬੜੀ ਚਿੰਤਤ ਨੇ, ਬੜੇ ਗੰਭੀਰ ਨੇ। ਤੇ ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਗੱਲ ਕੋਈ ਦਿਖਦੀ ਨਹੀਂ। ਉਹ ਅੱਜ ਸਾਰਿਆਂ ਦੇ ਸਾਹਮਣੇ ਆ ਵੀ ਜਿਹੜੀ ਉਹ ਟਾਈਮ ਲਿਮਿਟ 'ਚ ਦਿੱਤੀ ਸੀ ਜਾਂ ਜੋ ਵੀ ਕੁਛ ਇਸ ਮਸਲੇ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਜਾ ਰਿਹਾ ਸੀਗਾ, ਹੁਣ ਉਹ ਖਾਮੋਸ਼, ਕੋਈ ਗੱਲ ਦਿਖਦੀ ਨਹੀਂ। ਸਾਫ਼ ਜੀ ਗੱਲ ਆ ਕਿ ਬਾਦਲ ਧੜੇ ਦੀ ਜਿਹੜੀ ਉੱਪਰਲੀ ਜੁੰਡਲੀ ਹਾਈ ਕਮਾਂਡ ਆ, ਉਹਨਾਂ ਨੇ ਧਾਮੀ ਸਾਹਿਬ ਨੂੰ ਇਹ ਗੱਲ ਕਹਿਤੀ ਲੱਗਦੀ ਆ ਕਿ ਤੁਸੀਂ ਆ ਜਿਹੜੇ ਸੇਵਾ ਨਿਯਮ ਵਾਲਾ ਚੱਕਰ ਆ ਇਹਨੂੰ ਛੱਡੋ, ਅਸੀਂ ਤੁਹਾਡੀ ਮਰਜ਼ੀ ਦੇ ਨਾਲ ਥੋੜੇ ਟਾਈਮ ਬਾਅਦ ਸਾਨੂੰ ਥੋੜਾ ਜਿਹਾ ਵਕਤ ਦਿਓ,
ਆ ਵੋਟਾਂ ਬਾਟਾਂ ਲੁਧਿਆਣੇ ਵਾਲੀਆਂ ਨਿਕਲਣ ਦਿਓ, ਅਸੀਂ ਕੁਝ ਸੋਚ ਲਾਂਗੇ। ਤੇ ਜਿਸ ਤਰੀਕੇ ਨਾਲ ਗਿਆਨੀ ਗੁਰਮੁਖ ਸਿੰਘ ਦਾ ਪੈਰ ਧਰਾਵਾ ਦੁਬਾਰਾ ਕਰਾਇਆ ਗਿਆ, ਤੇ ਇਹ ਵੀ ਜਾਪਦਾ ਕਿ ਥੋੜੇ ਦਿਨਾਂ ਬਾਅਦ ਜਿਹੜਾ ਵਿਰਸਾ ਸਿੰਘ ਬਲਟੋਹਾ ਉਹਨੂੰ ਵੀ ਦੁਬਾਰਾ ਜੈਸੇ ਥੇ, ਫੌਜ ਵਿੱਚ ਕਹਿੰਦੇ ਆ ਨਾ ਜੈਸੇ ਥੇ, ਉਹ ਕਰ ਦਿੱਤਾ ਜਾਊਗਾ। ਤਾਂ ਉਵੇਂ ਹੀ ਹੋ ਸਕਦਾ ਕਿ ਧਾਮੀ ਸਾਹਿਬ ਤੇ ਧੁੰਮਾ ਸਾਹਿਬ ਨੂੰ ਸੰਤੁਸ਼ਟ ਕਰਨ ਲਈ ਕੋਈ ਰਾਹ ਜਿਹੜਾ ਹੈਗਾ ਲੱਭ ਲਿਆ ਜਾਵੇ, ਤੇ ਸੇਵਾ ਨਿਯਮ ਵਾਲੀ ਜਿਹੜੀ ਕਹਾਣੀ ਆ ਉਹ ਫੇਰ ਠੰਡੇ ਬਸਤੇ 'ਚ ਪੈ ਜਾਵੇ। ਤੇ ਜਿਨ੍ਹਾਂ ਲੋਕਾਂ ਨੂੰ ਇਹ ਆਸ ਵੱਝੀ ਸੀ ਕਿ ਗਿਆਨੀ ਜਿਹੜਾ ਕੁਲਦੀਪ ਸਿੰਘ ਗੜਗਾਜਾ ਉਹ ਉਹਨਾਂ ਕੁ ਟਾਈਮ ਹੀ ਜਥੇਦਾਰ ਲੱਗੇ ਰਹਿਣਗੇ, ਵੈਸੇ ਵੀ ਉਹ ਕਾਰਜਕਾਰੀ ਜਥੇਦਾਰ ਨੇ, ਤੇ ਜਦੋਂ ਸੇਵਾ ਨਿਯਮ ਦੇ ਤਹਿਤ ਨਵੇਂ ਜਥੇਦਾਰ ਕੌਮ ਨੂੰ ਮਿਲ ਜਾਣਗੇ ਤੇ ਫਿਰ ਸੌਖਾ ਹੋ ਜੂ। ਹੁਣ ਉਹ ਜੀ ਗੱਲ ਕੋਈ ਲੱਗਦੀ, ਘੱਟੋ ਘੱਟ ਮੈਨੂੰ ਤਾਂ ਅਸਾਰ ਕੋਈ ਇਹੋ ਜਿਹਾ ਦਿਖ ਨਹੀਂ ਰਿਹਾ ਹੈਗਾ। ਜੇ ਕਿਸੇ ਸਾਡੇ ਹੋਰ ਭਰਾ ਨੂੰ ਜਾਂ ਕਿਸੇ ਜਥੇਬੰਦੀ ਨੂੰ ਲੱਗਦਾ ਤਾਂ ਇਹ ਉਹਦੀ ਮੌਜ। ਆਪਾਂ ਇਹ ਗੱਲ ਅੱਜ ਇਸ ਕਰਕੇ ਵੀ ਕਰ ਰਹੇ ਹਾਂ ਕਿ ਬੜੇ ਜਿੱਦਣ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਸੇਵਾ ਸੰਭਾਲੀ ਆ, ਜਦੋਂ ਵੀ ਉਹਨਾਂ ਨੇ ਮੀਟਿੰਗ ਕਾਲ ਕੀਤੀ ਆ ਪੰਜ ਸਿੰਘ ਸਾਹਿਬਾਨ ਦੀ, ਤੇ ਲੋਕਾਂ 'ਚ ਚਰਚਾ ਛਿੜੀ ਆ ਕਿ ਤੁਹਾਨੂੰ ਅਜੇ ਮੁਕੰਮਲ ਮਾਨਤਾ ਤਾਂ ਮਿਲੀ ਨਹੀਂ ਕਿ ਤੁਸੀਂ ਜਿਹੜੀ ਮੀਟਿੰਗ ਕਿਵੇਂ ਕਾਲ ਕਰ ਸਕਦੇ। ਪਰ ਉਹਨਾਂ ਨੇ ਮੀਟਿੰਗਾਂ ਵੀ ਕਾਲ ਕੀਤੀਆਂ ਨੇ ਪੰਜ ਸਿੰਘ ਸਾਹਿਬਾਨ ਵੱਲੋਂ, ਭਾਵੇਂ ਉਹਨਾਂ ਮੁੱਦਿਆਂ ਮਸਲਿਆਂ ਦੇ ਉੱਤੇ ਬਹਿਸਬਾਜ਼ੀ ਛਿੜੀ ਹੋਈ ਆ। ਤੁਹਾਡੇ ਸਭ ਦੇ ਸਾਹਮਣੇ ਆ ਕਿ ਜਿੱਦਣ ਉਹ ਜਿਹੜਾ ਗੌਹਰ ਕਰਕੇ ਆ ਹਾਂਜੀ ਗਿਆਨੀ ਜੀ ਤਖਤ ਸ੍ਰੀ ਆਪਣੇ ਹਜ਼ੂਰ ਸਾਹਿਬ ਪਟਨਾ ਸਾਹਿਬ ਵਾਲੇ ਤਖਤ ਦੇ ਜਥੇਦਾਰ ਰਹੇ ਆ, ਉਹਨਾਂ ਵਾਲਾ ਜਦੋਂ ਨਿਬੇੜਾ ਕੀਤਾ ਸੀਗਾ ਤੇ ਕਿਵੇਂ ਉਦੋਂ ਖਲਾਰਾ ਪੈ ਗਿਆ, ਤੇ ਉਹਨਾਂ ਨੇ ਤਾਂ ਭਾਈ ਸੁਖਵੀਰ ਸਿੰਘ ਬਾਦਲ ਨੂੰ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ, ਦੋਨਾਂ ਨੂੰ ਹੀ ਮਤਲਬ ਕਹਿਤਾ ਵੀ ਆਓ ਇੱਧਰ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ। ਕੁੱਲ ਮਿਲਾ ਕੇ ਵਾਹਵਾ ਹੀ ਜ਼ਿਆਦਾ ਉਲਝਾ ਜਾ ਪਿਆ ਹੋਇਆ, ਤੇ ਹੁਣ ਤਾਂ ਕੌਮ ਕੋਈ ਇੰਟਰਸਟ ਜਿਹਾ ਨਹੀਂ ਲੈਂਦੀ ਹੈਗੀ ਵੀ ਚਲੋ ਛੱਡੋ ਜੀ ਜੋ ਹੋਈ ਜਾਂਦਾ ਠੀਕ ਹੀ। ਤੇ ਜਿਵੇਂ ਆਪਣੇ ਇਤਿਹਾਸ ਦੇ ਸਫ਼ਰ ਵੱਲੋਂ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਸਿੰਘ ਸਭਾ ਲਹਿਰ ਜਾਂ ਚੀਫ ਖਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ ਸੀ। ਸੋ ਚੀਫ ਖਾਲਸਾ ਦੀਵਾਨ ਜਿਹੜੀ ਸਿੱਖਾਂ ਨੂੰ ਸਿੱਖ ਸੱਭਿਆਚਾਰ ਨਾਲ, ਗੁਰਮਤ ਨਾਲ, ਧਰਮ ਨਾਲ, ਐਜੂਕੇਸ਼ਨਲ ਫਰੰਟ ਦੇ ਉੱਤੇ, ਵਿਦਿਅਕ ਫਰੰਟ ਦੇ ਉੱਤੇ ਇੱਕ ਬੜੀ ਵੱਡੀ ਧਿਰ ਜਾਂ ਜਥੇਬੰਦੀ ਦੇ ਰੂਪ ਚ ਕੌਮ ਨੂੰ ਮਿਲੀ। ਉਹਦੇ ਮਸਲਾ ਜਿਹੜਾ ਅਕਾਲ ਤਖਤ ਤੇ ਕਾਫੀ ਚਿਰ ਦਾ ਕਹਿੰਦੇ ਗਿਆ ਹੋਇਆ ਸੀਗਾ, ਉਹਦੇ ਵਿੱਚ ਇੱਕ ਚਿੱਠੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਆ ਗਈ ਆ ਤੇ ਕਿਹਾ ਗਿਆ ਕਿ ਤੁਹਾਡੀਆਂ ਬੇਨਜ਼ਮੀਆਂ ਦੇ ਕਰਕੇ ਤੁਸੀਂ ਇੱਥੇ ਪੇਸ਼ ਹੋਵੋ। ਤਾਂ ਮੋਟੇ ਤੌਰ ਦੇ ਉੱਤੇ ਅਖਬਾਰੀ ਖਬਰਾਂ ਅਨੁਸਾਰ ਵੀ ਮੈਂਬਰ ਜਿਹੜੇ ਨੇ ਇਹਦੇ ਬਣੇ ਹੋਏ ਸੰਸਥਾ ਦੇ ਬਹੁਤੇ ਜ਼ਿਆਦਾ ਬੇਅਮਰਤੀਏ ਨੇ, ਜਦੋਂ ਕਿ ਉਹਨਾਂ ਦਾ ਅੰਮ੍ਰਿਤਧਾਰੀ ਹੋਣਾ ਜਾਂ ਗੁਰਸਿੱਖ ਹੋਣਾ ਜ਼ਰੂਰੀ ਹੈ। ਤੇ ਜਦੋਂ ਇਹੋ ਜਿਹੇ ਬੰਦੇ ਇਲੈਕਸ਼ਨ ਵਿੱਚ ਹੋਣਗੇ, ਕਿਉਂਕਿ ਇਹ ਗੱਲ ਹੈ ਕਿ ਬਹੁਤ ਸਾਰੇ ਪੰਥਕ ਸਫਾਂ ਦੇ ਵਿੱਚ ਵਿਚਰਦੇ ਬੰਦਿਆਂ ਨੂੰ, ਆਗੂਆਂ ਨੂੰ, ਸ਼ਖਸੀਅਤਾਂ ਨੂੰ ਪਿਛਲੇ ਦੌਰ ਵਿੱਚ ਇਹ ਜਥੇਬੰਦੀ ਦੇ ਵਿੱਚੋਂ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਗਈ ਹੈ। ਚੀਫ ਖਾਲਸਾ ਦੀਵਾਨ ਦੇ ਮੈਂਬਰ ਹੁੰਦੇ ਸੀ ਅਜਾਇਬ ਸਿੰਘ ਅਭਿਆਸੀ ਤੇ ਆਪਣੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵਾਲੇ, ਪ੍ਰੋਫੈਸਰ ਬਲਜਿੰਦਰਪਾਲ ਸਿੰਘ, ਪ੍ਰੋਫੈਸਰ ਹਰੀ ਸਿੰਘ, ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅੱਡ ਅੱਡ ਕਾਰਨਾਂ ਕਰਕੇ ਪਿਛਲੇ ਦੌਰ ਵਿੱਚ ਖਾਰਜ ਕਰ ਦਿੱਤਾ ਗਿਆ। ਹੁਣ ਬਹੁਤੇ ਮੈਂਬਰਾਂ ਬਾਰੇ ਚਰਚਾ ਇਹੀ ਆ ਵੀ ਉਹ ਬੇਅਮਰਤੀਏ, ਤੇ ਬੇਅਮਰਤੀਏ ਫਿਰ ਜਿਹੋ ਜਿਹਾ ਪ੍ਰਬੰਧ ਇਸ ਸੰਸਥਾਵਾਂ ਦਾ ਕਰਨਗੇ ਜਾਂ ਜਿਹੋ ਜਿਹੇ ਮੈਂਬਰ ਚੁਣਨਗੇ ਉਹਦੇ ਉੱਤੇ ਇਤਰਾਜ਼ ਹੋਣਾ ਜਾਂ ਵਿੱਚ ਗੱਲਾਂ ਗੜਬੜਾਂ ਹੋਣੀਆਂ ਸੁਭਾਵਿਕ ਆ। ਤੋ ਇਹ ਕੋਈ ਲੈਟਰ ਸਰਦਾਰ ਸਤਨਾਮ ਸਿੰਘ ਕੋਈ ਬੰਬਈ ਤੋਂ ਦੱਸਦੇ ਆ ਵੀ ਸ਼ਾਇਦ ਉਹਨਾਂ ਦਾ ਆਇਆ, ਜੀ ਤੋਂ ਇਹ ਪ੍ਰਤੀਕਿਰਿਆ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ। ਹੁਣ ਇਹ ਗੱਲ ਬੜੀ ਛੋਟੀ ਲੱਗਦੀ ਆ ਪਰ ਬੜੀ ਵੱਡੀ ਆ ਕਿ ਸ਼੍ਰੋਮਣੀ ਕਮੇਟੀ ਤੋਂ ਵੀ ਪਹਿਲਾਂ ਹੋਂਦ ਵਿੱਚ ਆਈ ਹੋਈ ਚੀਫ ਖਾਲਸਾ ਦੀਵਾਨ ਵਰਗੀ ਸੰਸਥਾ ਦੇ ਮੈਂਬਰ ਬੇਅਮਰਤੀਏ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਬਾਰੇ ਆਪਾਂ ਸੋਚ ਨਹੀਂ ਨਾ ਸਕਦੇ ਕਿ ਉਹ ਬੇਅਮਰਤੀਏ ਹੋਣ, ਉਵੇਂ ਦੀ ਇਹ ਗੱਲ। ਤੇ ਇਹਦੇ ਵਿੱਚ ਇਸ ਮੌਕੇ ਸਰਦਾਰ ਇੰਦਰਜੀਤ ਸਿੰਘ ਨਿੱਜਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆ, ਤੇ ਉਹਨਾਂ ਬਾਰੇ ਚਰਚਾ ਛਿੜੀ ਹੋਈ ਆ ਵੀ ਉਹ MLA ਤੋਂ ਹੁਣ ਪਹਿਲਾਂ ਵੀ ਉਹ ਮੰਤਰੀ ਰਹੇ ਨੇ। ਉਹਨਾਂ ਨੂੰ ਉਸ ਮੌਕੇ ਸਪੀਕਰ ਵੀ ਐਲਾਨਿਆ ਗਿਆ ਸੀ ਜਦੋਂ ਜਿਹੜੀ ਪਹਿਲੇ ਦਿਨ ਕਾਰਵਾਈ ਚਲਾਉਣੀ ਸੀ ਅਸੈਂਬਲੀ ਦੀ ਸਰਕਾਰ ਤੋਂ ਨਹੀਂ ਜਾਣ ਤੋਂ ਬਾਅਦ। ਤੇ ਉਹਨਾਂ ਨੇ ਜਦੋਂ ਆਪਣੇ ਅਜੀਤ ਅਖਬਾਰ ਨਾਲ ਆਮ ਆਦਮੀ ਪਾਰਟੀ ਦਾ, ਪੰਜਾਬ ਸਰਕਾਰ ਦਾ, ਭਗਵੰਤ ਮਾਨ ਦਾ ਪੇਚਾ ਪਿਆ ਹੋਇਆ ਸੀ, ਉਹਨਾਂ ਦਿਨਾਂ ਦੇ ਵਿੱਚ ਕੋਈ ਬਿਆਨਬਾਜ਼ੀ ਕੀਤੀ, ਕੁਝ ਹੋਰ ਮਸਲੇ ਸੀ, ਤੇ ਉਹਨਾਂ ਦੀ ਜਿਹੜੀ ਮੰਤਰੀ ਦਾ ਅਹੁਦਾ ਸੀ ਉਹ ਲੈ ਲਿਆ ਸੀ ਨਿੱਜਰ। ਪਰ ਨਿੱਜਰ ਦੇ ਘਰ ਹੁਣ ਪਿਛਲੇ ਦਿਨੀ ਕੇਜਰੀਵਾਲ ਪਧਾਰਿਆ, ਤੇ ਆਹ ਲੁਧਿਆਣੇ ਵਾਲੀ ਇਲੈਕਸ਼ਨ ਦੇ ਰਿਜ਼ਲਟਾਂ ਤੋਂ ਬਾਅਦ ਚਰਚਾ ਵਾ ਕਿ ਇੰਦਰਜੀਤ ਸਿੰਘ ਨਿੱਜਰ ਨੂੰ ਦੁਬਾਰਾ ਕੋਈ ਵੱਡੀ
ਜ਼ਿੰਮੇਵਾਰੀ ਜਾਣੀ ਕਿ ਮੰਤਰੀ ਬਣਾਉਣਾ, ਇਹ ਚਰਚਾ ਛਿੜੀ ਹੋਈ। ਇੱਕ ਪਾਸੇ ਚੀਫ ਖਾਲਸਾ ਦੀਵਾਨ ਦੇ ਉਹ ਪ੍ਰਧਾਨ ਨੇ, ਦੂਜੇ ਪਾਸੇ ਉਹਨਾਂ ਨੂੰ ਮੰਤਰੀ ਦਾ ਪਦ ਮਿਲ ਰਿਹਾ, ਤੀਜੇ ਪਾਸੇ ਇਸ ਸੰਸਥਾ ਨੇ ਪਿਛਲੇ ਦੌਰ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਉਹਦੇ ਨਾਲ ਵੀ ਸਾਥ ਸਹਿਯੋਗ ਦਿੱਤਾ। ਤੋਂ ਕਈ ਕਾਰਨਾਂ ਦੇ ਪੱਖ ਤੋਂ ਇਸ ਡਿਵੈਲਪਮੈਂਟ ਨੂੰ, ਇਸ ਸਰਗਰਮੀ ਨੂੰ ਦੇਖਿਆ ਜਾ ਰਿਹਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਚੀਫ ਖਾਲਸਾ ਦੀਵਾਨ ਵਾਲੇ ਕੋਈ ਇਹੋ ਜਿਹੀ ਗੱਲ ਕਹਿ ਦੇਣ ਕਿ ਜੀ ਅਸੀਂ ਤਾਂ ਤੁਹਾਡੇ ਜਥੇਦਾਰ ਦੇ ਜਾਣੀ ਕਿ ਜਿਹੜਾ ਜ਼ਿੰਮੇਵਾਰੀ ਆ, ਤੁਹਾਨੂੰ ਜਥੇਦਾਰ ਨਹੀਂ ਮੰਨਦੇ। ਕਈ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਹਿੰਦੇ ਨੇ। ਇਹ ਹੋਣਾ ਤਾਂ ਨਹੀਂ ਚਾਹੀਦਾ, ਪਰ ਕੁਛ ਪਤਾ ਲੱਗਦਾ ਇੱਥੇ ਸਿਆਸਤ ਦੇ ਵਿੱਚ ਕੀ ਕੁਛ ਹੋਈ ਜਾਂਦਾ। ਇਹ ਭਾਵੇਂ ਸਥਿਤੀ ਇਹਨਾਂ ਨੂੰ ਬਾਰਾ ਨਹੀਂ ਖਾਂਦੀ, ਪਰ ਇਹ ਹੋਣੀ ਵੀ ਨਹੀਂ ਚਾਹੀਦੀ। ਪਰ ਜਿਹੋ ਜਿਹੇ ਹਾਲਾਤ ਬਾਦਲ ਧੜੇ ਨੇ ਬਣਾਏ ਹੋਏ ਨੇ, ਉਹਦੇ ਵਿੱਚ ਕੁਝ ਵੀ ਸੰਭਵ ਆ। ਸੋ ਅਸੀਂ ਇਹ ਆਸ ਕਰਦੇ ਹਾਂ ਵੀ ਇਹ ਮਸਲਾ ਜਿਹੜਾ ਹੈਗਾ ਉਹ ਕੌਮ ਦੇ ਪੱਖ ਵਿੱਚ ਜਿਹੜਾ ਉਹ ਕੋਈ ਦਿਸ਼ਾ ਲੈ ਸਕੇਗਾ। ਉਹ ਅਗਲੀ ਜਿਹੜੀ ਚਰਚਾ ਹੈ ਕਿ ਅੱਜ ਸਾਰੇ ਅਖਬਾਰਾਂ ਨੇ ਚਰਚਾ ਕੀਤੀ ਆ ਕੱਲ੍ਹ ਦੇ ਚੋਣ ਨਤੀਜਿਆਂ ਦੇ ਉੱਤੇ। ਪੰਜਾਬੀ ਟ੍ਰਿਬਿਊਨ ਦੇ ਚਰਨਜੀਤ ਭੁੱਲਰ ਦੀ ਇੱਕ ਲੰਬੀ ਚੌੜੀ ਰਿਪੋਰਟ ਜਿਹੜੀ ਆ ਛਪੀ ਆ ਕਿ ਅਕਾਲੀ ਹੁਣ ਆਪਦੀ ਬਾਦਲ ਧੜੇ ਵਾਲੇ ਜਾਣੀ ਕਿ ਆਪਦੀ ਪੀੜ੍ਹੀ ਹੇਠਾਂ ਸੋਟਾ ਫੇਰਨ ਵੀ ਪਰਉਪਕਾਰ ਸਿੰਘ ਘੁੰਮਣ ਉਹਨਾਂ ਦਾ ਲੁਧਿਆਣੇ ਤੋਂ ਜਿਹੜਾ ਉਮੀਦਵਾਰ ਸੀਗਾ, ਇੱਕ ਤਾਂ ਉਹ ਚੌਥੇ ਨੰਬਰ ਤੇ ਆਇਆ, ਦੂਜਾ ਉਹਦੀ ਜ਼ਮਾਨਤ ਹੀ ਜ਼ਬਤ ਹੋ ਗਈ। ਜਦੋਂ ਕਿ ਇੱਥੇ ਪਹਿਲਾਂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 10,072 ਤੇ ਹਰੀਸ਼ ਰਾਏ ਢਾਂਡਾ ਨੂੰ ਵੀ ਚੰਗੀ ਵੋਟ ਮਿਲੀ ਸੀ। ਮਹੇਸ਼ਇੰਦਰ ਗਰੇਵਾਲ ਨੂੰ 1997 ਦੇ ਵਿੱਚ 55.2% ਦੀ ਵੋਟ ਮਿਲੀ ਸੀ, ਉਹ ਜੇਤੂ ਰਹੇ ਸੀ। ਹਰੀਸ਼ ਰਾਏ ਢਾਂਡਾ ਜਿਹੜਾ ਉਹ 57% ਦੀ ਵੋਟ ਲੈ ਕੇ 2007 ਚ ਇਸ ਹਲਕੇ ਚੋਂ ਜੇਤੂ ਰਿਹਾ। ਉਸ ਹਲਕੇ ਦੇ ਵਿੱਚੋਂ ਅੱਜ ਸਿਰਫ 8203 ਵੋਟਾਂ ਮਿਲੀਆਂ ਨੇ ਘੁੰਮਣ ਨੂੰ ਤੇ 9.1% ਦੀ ਵੋਟ ਜਿਹੜੀ ਆ ਮਿਲੀ। ਕਿੱਥੇ 50 ਤੋਂ ਉੱਪਰ ਜਾਣੀ ਕਿ ਇੱਕ ਵਾਰੀ 55 ਤੇ ਇੱਕ ਵਾਰੀ 57% ਵੋਟ ਜਿਹੜੀ ਆ ਉਹ ਅਕਾਲੀ ਦਲ ਦੇ ਬਾਦਲ ਦੇ ਉਮੀਦਵਾਰ ਨੂੰ ਮਿਲੇ। ਤੇ ਇੱਕ ਟਾਈਮ ਇਹ ਆ ਗਿਆ ਕਿ ਅੱਜ 9.1। ਸੋ ਜਿੱਥੇ ਏਡਾ ਵੱਡਾ ਫਰਕ ਪੈ ਗਿਆ ਹੋਵੇ ਪਾਰਟੀ ਦੇ ਵੋਟ ਬੈਂਕ ਨੂੰ ਇੱਕ ਹਲਕੇ ਦੇ ਵਿੱਚੋਂ, ਇਹਦੇ ਉੱਤੇ ਫਿਰ ਚਰਚਾ ਤਾਂ ਹੋਣੀ ਸੁਭਾਵਿਕ ਸੀ। ਆਪਾਂ ਤਾਂ ਵੈਸੇ ਕੱਲ ਹੀ ਸਾਰੀ ਗੱਲ ਨਿਬੇੜਤੀ ਸੀ ਕਿ ਕਿੰਨਾ ਬੁਰਾ ਹਾਲ ਹੈ। ਤੇ ਲੋਕ ਇਹ ਗੱਲ ਕੱਲ ਹੀ ਕਹਿ ਰਹੇ ਸੀ, ਅੱਜ ਅਖਬਾਰਾਂ ਨੇ ਲਿਖ ਵੀ ਦਿੱਤੀ ਆ ਕਿ ਜਿਹੜੀ ਇਹ ਵੋਟ ਆ ਨਾ 8,000, ਇਹ ਵੀ ਘੁੰਮਣ ਦਾ ਨਿੱਜੀ ਅਸਰ ਰਸੂਖ ਆ ਜਿਹੜਾ ਉਹਦੇ ਕਰਕੇ ਆ। ਤੇ ਮੈਂ ਇਹ ਗੱਲ ਕੱਲ ਵੀ ਕਹੀ ਸੀ, ਅੱਜ ਵੀ ਕਹਿਣਾ, ਜੇ ਕਿਤੇ ਘੁੰਮਣ ਨਿੱਜੀ ਤੌਰ ਦੇ ਉੱਤੇ ਆਜ਼ਾਦ ਉਮੀਦਵਾਰ ਤੇ ਚੋਣ ਲੜਦਾ, ਸ਼ਾਇਦ ਇਹਦੇ ਨਾਲੋਂ ਜ਼ਿਆਦਾ ਦੁੱਗਣੀਆਂ ਵੋਟਾਂ ਤਾਂ ਲਾਜ਼ਮੀ ਮਿਲ ਜਾਂਦੀਆਂ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਵੋਟ ਇਸ ਕਰਕੇ ਨਹੀਂ ਪਈ ਕਿ ਇਹ ਤਾਂ ਬਾਦਲ ਧੜੇ ਦਾ ਉਮੀਦਵਾਰ। ਲੋਕ ਬਹੁਤ ਦੁਖੀ ਨੇ। ਬੇਸ਼ੱਕ ਭਾਜਪਾ ਦੇ ਵਿੱਚੋਂ ਮਲੂਕੇ ਨੂੰ ਲਿਆ ਕੇ, ਠੰਡਲ ਨੂੰ ਲਿਆ ਕੇ, ਅਨਿਲ ਜੋਸ਼ੀ ਨੂੰ ਲਿਆ ਕੇ ਬੜਾ ਆਪਦੇ ਵੱਲੋਂ ਲੋਕਾਂ ਨੂੰ ਪਤਿਆਉਣਾ ਚਾਹਿਆ, ਪਰ ਸੱਚਾਈ ਇਹ ਆ ਕਿ ਜਿਹੜਾ 2007 ਤੋਂ ਲੈ ਕੇ ਕਮਲ ਕੁੱਟਿਆ ਬਾਦਲ ਧੜੇ ਨੇ, ਉਹਦੇ ਨਤੀਜੇ ਕਰਕੇ ਅੱਜ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਬਹੁਤ ਭਾਰੀ ਰੋਹ ਹੈ ਤੇ ਉਹ ਰਹਿਣਾ। ਹਾਂ, ਬਾਦਲ ਦਲ ਦੇ ਸਮਰਥਕਾਂ ਨੂੰ ਲੱਗਦਾ ਬਈ ਐਵੇਂ ਕਹੀ ਜਾਂਦੇ ਆ, ਸਾਡੇ ਤਾਂ ਹਮਾਇਤੀ ਬਹੁਤ ਨੇ। ਹੁਣ ਜਿੱਡਾ ਜਿਹੜਾ ਵੱਡਾ ਇਸ ਹਲਕੇ ਦੇ ਵਿੱਚੋਂ ਇਹਨਾਂ ਨੇ ਦੱਸਿਆ ਕਿ ਸਾਡੇ ਇੰਨੇ ਉਹ ਬਣ ਗਏ, ਜਿਹੜੀ ਭਰਤੀ ਕੀਤੀ ਹੈ ਨਾ ਪਿੱਛੇ ਜੇ ਬਾਦਲ ਧੜੇ ਨੇ, ਇਸੇ ਹਲਕੇ ਦੇ ਵਿੱਚੋਂ ਉਹ ਜਿਹੜਾ ਡਾਟਾ ਦੇ ਰਹੇ ਨੇ ਉਹ ਤਾਂ ਬਹੁਤ ਵੱਡਾ ਦੱਸ ਰਹੇ ਨੇ ਕਿ ਇੰਨੇ ਹਜ਼ਾਰ ਬੰਦਾ ਇਸ ਹਲਕੇ ਚੋਂ ਸਾਨੂੰ ਜਿਹੜਾ ਹੈਗਾ ਵੋਟ ਪਾਉਣ ਲਈ ਤਿਆਰ, ਮਤਲਬ ਸਾਡਾ ਮੈਂਬਰ ਬਣਿਆ। ਜੇ ਉਹ ਮੈਂਬਰ ਹੁਣੇ ਬਣੇ ਨੇ, ਹੁਣੇ ਬਣ ਕੇ ਵੀ ਉਹ ਵੋਟ ਨਹੀਂ ਪਾ ਕੇ ਰਾਜੀ, ਤੇ ਵੋਟ ਸਾਰੇ ਉਹਨਾਂ ਚੋਂ 8,000 ਪੈਂਦੀ ਆ। ਹੁਣ ਕਮਾਲ ਦੀ ਗੱਲ ਆ ਕਿ ਵੋਟਰ ਤਾਂ ਤੁਹਾਡਾ ਉਹ ਹੁੰਦਾ ਜਿਹੜਾ ਤੁਹਾਡਾ ਸਪੋਰਟਰ ਹੁੰਦਾ, ਤੇ ਸਪੋਰਟਰ ਜਿਹੜੇ ਤੁਹਾਨੂੰ ਮੈਂਬਰ ਬਣ ਕੇ ਰਾਜੀ ਨੇ ਵੀ ਮੈਂਬਰ ਬਣ ਜਾਂਦੇ ਜੀ ਆਪਾਂ ਇਹਨਾਂ ਦੇ। ਮੈਂਬਰ ਬਣਨ ਵੇਲੇ ਤਾਂ ਉਹਨਾਂ ਨੇ ਤੁਹਾਨੂੰ ਕਹਿੰਦੇ ਹੋ ਵੀ 15-20 ਹਜ਼ਾਰ, ਕੋਈ ਕਹਿੰਦਾ ਵੀ ਮੈਂਬਰ ਬਣ ਗਿਆ ਸਾਡਾ, ਤੇ 8,000 ਬੰਦਾ ਸਿਰਫ ਵੋਟ ਪਾਉਣ। ਸੱਚਾਈ ਇਹ ਆ ਕਿ ਜਿਹੜਾ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਵਾਲੀ 5 ਮੈਂਬਰੀ ਕਮੇਟੀ ਲਾ ਰਹੀ ਹੈ ਕਿ ਜੀ ਇਹ ਝੂਠ ਬੋਲਦੇ, ਕੋਈ ਇਹੋ ਜਿਹੀਆਂ ਇਹਨਾਂ ਨੇ ਨਹੀਂ ਪਰਚੀਆਂ ਕੱਟੀਆਂ, ਗੋਲ ਹੀ ਕੰਮ ਕੀਤਾ। ਤਾਂ ਉਵੇਂ ਹੀ ਫਿਰ ਇਹ ਗੱਲ ਸੱਚੀ ਆ ਕਿ ਜੇਕਰ ਇਹਨਾਂ ਨੇ ਜਿੰਨੀ ਪਰਚੀ ਕੱਟੀ ਹੈ ਓਨੀ ਵੋਟ ਵੀ ਨਹੀਂ ਪੈਂਦੀ,
ਚਲੋ ਮੰਨ ਲਓ ਵੀ ਜੇ ਕਿਸੇ ਹਲਕੇ 'ਚੋਂ ਤੁਸੀਂ ਕਹਿੰਦੇ ਹੋ ਵੀ ਅਸੀਂ 20,000 ਮੈਂਬਰ ਬਣਾ ਲਏ, ਤੇ ਜੇ ਉਹਦੇ ਚੋਂ 2,000 ਵੋਟ ਨਾ ਪਵੇ, 18,000 ਹੀ ਪੈ ਜਾਵੇ, ਤਾਂ ਗੱਲ ਕੋਈ ਸੌਦਾ ਮਾੜਾ ਨਹੀਂ। ਪਰ ਤੁਹਾਨੂੰ ਵੋਟ ਬਿਲਕੁਲ ਹੀ ਨਾ ਪਵੇ ਉਸ ਹਲਕੇ ਚੋਂ, ਫੇਰ ਤਾਂ ਗੜਬੜ ਹੈਗੀ ਆ। ਤੋ ਜਿਹੜਾ ਝੂਠ ਝਾਠ ਬੋਲ ਕੇ ਅਸੀਂ ਤਾਂ ਜੀ ਲੱਖਾਂ ਦੀ ਗਿਣਤੀ 'ਚ ਮੈਂਬਰ ਬਣਾ ਲਏ, ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ। ਇਹ ਉਡੀਕੀ ਜਾਣਾ ਕਿ ਜੀ ਕੋਈ ਨਹੀਂ, ਸਾਰਿਆਂ ਤੋਂ ਨਿਰਾਸ਼ ਹੋ ਕੇ ਸਾਡੇ ਵੱਲ ਆ ਜਾਣਗੇ। ਇਹ ਆ ਜਿਹੜਾ ਵੋਟਾਂ ਦਾ ਰਿਜ਼ਲਟ ਆਇਆ, ਇਹਦੇ ਤੋਂ ਬਾਦਲ ਧੜੇ ਨੂੰ ਸਮਝ ਆ ਜਾਣੀ ਚਾਹੀਦੀ ਆ, ਇਹੋ ਜਿਹੀ ਗੱਲ ਕੋਈ ਨਹੀਂ। ਸਭ ਤੋਂ ਭੈੜੇ ਬਾਦਲ ਧੜੇ ਨੂੰ ਕੌਣ ਲੱਗ ਰਹੇ ਨੇ? ਉਹ ਸਿੱਖ ਜਿਹੜੇ ਚੇਤਾ ਕਰਾਉਂਦੇ ਆ ਪੰਥ ਨੂੰ, ਪੰਜਾਬ ਨੂੰ, ਕਿ ਇਹਨਾਂ ਨੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਨਹੀਂ ਮੰਨਿਆ ਹੋਇਆ। ਉਸ ਹੁਕਮਨਾਮੇ ਦੀ ਇਹ ਗੱਲ ਕਿ ਇਹ ਲੀਡਰਸ਼ਿਪ 40 ਸਾਲ ਤੋਂ ਜਿਸ ਰਾਹ ਤੇ ਤੁਰੀ ਹੋਈ ਆ, ਇਹ ਅਯੋਗ ਸਾਬਤ ਹੋਈ ਆ। ਇਹ ਯੋਗ ਨਹੀਂ ਹੈਗੇ ਅਗਵਾਈ ਕਰਨ। ਇਹ ਇਸ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਧੱਬਾ ਆ, ਕਲੰਕ ਵਾ। ਪਰ ਬਾਦਲ ਧੜੇ ਦੇ ਆਗੂਆਂ ਨੂੰ ਲੱਗਦਾ ਵੀ ਸਾਡੇ ਕੋਲੇ ਪੈਸਾ ਬੜਾ, ਪੈਸਾ ਇਹਦੇ ਨਾਲ ਅਸੀਂ ਫੱਟੇ ਚੱਕਦੇ ਹਾਂ। ਤੇ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਤਜਰਬੇ ਕਰਕੇ ਵੀ ਦੇਖੇ ਆ। ਪਰ ਪੈਸੇ ਨਾਲ ਇਕੱਲੇ ਨਾਲ ਗੱਲ ਥੋੜੀ ਬਣਦੀ, ਜਾਂ ਇਹਨਾਂ ਕੋਲੇ ਗੱਡੀਆਂ ਬਹੁਤ ਨੇ, ਇਹਨਾਂ ਕੋਲੇ ਸਾਧਨ ਬੜੇ ਆ, ਕੋਠੀਆਂ, ਕਾਰਾਂ, ਸ਼ੈਲਰ, ਬਹੁਤ ਕੁਛ ਆ। ਬਾਦਲ ਦਲ ਦੇ ਜਦੋਂ ਸੱਤਾ ਚ ਆਉਂਦੇ ਆ, ਬੰਦੇ ਨਜ਼ਾਰੇ ਲੈਂਦੇ ਆ ਜੀ, ਬੜਾ ਪੈਸਾ ਬਣ ਜਾਂਦਾ। ਤੇ ਉਹ ਪੈਸਾ ਜਿਹੜਾ ਸਾਰਾ, ਉਹਦੇ ਨਾਲ ਅਸੀਂ ਲੋਕ ਤੋਰ ਲਾਂਗੇ, ਇਹ ਗੱਲ ਬੜੀ ਮਤਲਬ ਗਲਤ ਆ। ਤੇ ਚਿੱਟੇ ਕੁੜਤੇ ਪਜਾਮਿਆਂ ਵਾਲੇ, ਪੱਗਾਂ ਦਾੜੇ ਵਾਲੇ ਤਾਂ ਹੁਣ ਕੋਈ ਬਿਰਲਾ ਹੀ ਆ, ਵਾਲੇ ਤਾਂ ਘੋਣ ਮੋਹ ਨਾ ਵਿਚਾਰੇ। ਉਹਨਾਂ ਰਾਹੀਂ ਪੰਜਾਬ ਦੀ ਸੱਤਾ ਸੰਭਾਲਣੀ ਇਹ ਇੱਕ ਸੁਪਨਾ ਹੀ ਲੱਗਦਾ। ਹੁਣ ਆਪਾਂ ਇਸ ਗੱਲ ਤੇ ਥੋੜੀ ਜਿਹੀ ਹੋਰ ਡੂੰਘਾਈ ਵੱਲ ਜਾਂਦੇ। ਇੱਕ ਵਕਤ ਸੀ ਜਦੋਂ ਅਕਾਲੀ ਦਲ ਦਾ ਜਿਹੜਾ ਸਮਰਥਕ ਬ੍ਰਿਗੇਡ ਸੀ ਨਾ ਜੀ, ਉਹ ਬੜੇ ਮਜ਼ਬੂਤ ਸੀ। ਸਭ ਤੋਂ ਪਹਿਲਾਂ ਆਪਾਂ ਫੈਡਰੇਸ਼ਨ ਲਾ ਲਓ। ਫੈਡਰੇਸ਼ਨ ਦਾ ਤਾਂ ਕੰਮ ਹੀ ਇਹ ਹੁੰਦਾ ਸੀ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ। ਅਕਾਲੀ ਦਲ ਦੀ ਨਰਸਰੀ ਸੀ। ਬਹੁਤੇ ਜਿਹੜੇ ਨੌਜਵਾਨ ਜਦੋਂ ਸਰਗਰਮ ਰਾਜਨੀਤੀ ਚ ਆਉਂਦੇ ਸੀ, ਫੈਡਰੇਸ਼ਨ ਤੋਂ ਬਾਅਦ ਉਹ ਅਕਾਲੀ ਦਲ ਜੁਆਇਨ ਕਰ ਲੈਂਦੇ ਸੀ। ਬਾਦਲ ਧੜੇ ਨੂੰ ਇਹ ਲੱਗਿਆ ਕਿ ਇਹਨਾਂ ਨੇ ਤਾਂ ਖਾੜਕੂ ਲਹਿਰ ਮੌਕੇ ਬਾਬਾ ਜਰਨੈਲ ਸਿੰਘ ਦੇ ਉਭਾਰ ਦੇ ਨਾਲ ਹੀ ਫੈਡਰੇਸ਼ਨ ਨੇ ਤਾਂ ਸਾਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ ਸੀ। ਸੋ ਬਾਦਲ ਪਰਿਵਾਰ ਨੇ, ਬਾਦਲ ਜੁੰਡਲੀ ਨੇ ਪੂਰਾ ਮਿੱਥ ਕੇ ਫੈਡਰੇਸ਼ਨ ਦਾ ਘਾਣ ਕੀਤਾ। 2 ਤਰੀਕੇ ਸੀ। ਇੱਕ ਤਾਂ ਜਦੋਂ ਸਰਕਾਰ ਬਣ ਗਈ, ਜਦੋਂ ਵੀ ਦਿਲ ਕਰਨਾ ਇਹਨਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਤੇ ਉਹਦੀ ਜਿਹੜੀ ਫੈਡਰੇਸ਼ਨ ਸੀ, ਉਹਨੂੰ ਟਾਰਗੇਟ ਕਰਕੇ ਪੂਰੀ ਤਰ੍ਹਾਂ ਜਲੀਲ ਕੀਤਾ, ਬਾਰ-ਬਾਰ ਚੱਕ ਕੇ ਕੁੱਟ ਕਟਾਪਾ ਕੀਤਾ ਉਹਨੂੰ। ਮਤਲਬ ਕਿ ਤੈਨੂੰ ਚੱਲਣ ਨਹੀਂ ਦੇ, ਕਿਉਂਕਿ ਭਾਈ ਦਲਜੀਤ ਸਿੰਘ ਤੁਰਨਗੇ ਤਾਂ ਉਹਦੀ ਫੈਡਰੇਸ਼ਨ ਤੁਰੂਗੀ। ਸੋ ਜਿਹੜੇ ਭਾਈ ਮਨਧੀਰ ਸਿੰਘ, ਭਾਈ ਮੰਝਪੁਰ ਸਾਹਿਬ, ਭਾਈ ਸੇਵਕ ਸਿੰਘ ਜਾਂ ਪਰਮਜੀਤ ਸਿੰਘ ਗਾਜੀ, ਹੋਰ ਨੌਜਵਾਨ, ਇਹਨਾਂ ਸਾਰਿਆਂ ਦਾ ਜਿਸ ਸ਼ਖਸੀਅਤ ਦੇ ਨਾਲ ਚੱਲ ਕੇ ਸੀ ਵੀ ਅਸੀਂ ਤੁਰਨਾ, ਉਹ ਸ਼ਖਸੀਅਤ ਹੀ ਜਦੋਂ ਖੂੰਜੇ ਲਾਈ ਰੱਖਣੀ ਤੇ ਆਮ ਬੰਦੇ ਨੇ ਡਰ ਜਾਣਾ। ਜਿਹੜੇ ਨਵੇਂ ਮੁੰਡੇ ਭਰਤੀ, ਉਹਨਾਂ ਦੇ ਘਰਦਿਆਂ ਨੇ ਵੀ ਕਹਿਣਾ ਕਿ ਦੇਖੋ ਕਿਤੇ ਦੁਬਾਰਾ ਨਾ ਜੱਬ ਪੈ ਜੇ। ਉਹ ਪੂਰਾ ਟੈਰਰ ਫੈਲਾ ਕੇ ਫੈਡਰੇਸ਼ਨ ਦੇ ਉਸ ਧੜੇ ਨੂੰ, ਜਿਹੜਾ ਭਾਈ ਦਲਜੀਤ ਸਿੰਘ ਨਾਲ ਸਹਿਮਤੀ ਰੱਖਦਾ ਸੀ, ਉਹਨੂੰ ਸੈਬੋਟਾਈਜ਼ ਕੀਤਾ ਬਾਦਲ ਧੜੇ ਨੇ। ਤੇ ਜਿਹੜੇ ਇਹਨਾਂ ਦੀ ਈਨ ਮੰਨ ਗਏ, ਜਿਹੜੇ ਭਾਈ ਦਲਜੀਤ ਸਿੰਘ ਵਾਲੀ ਧਿਰ ਤੋਂ ਨਾਰਾਜ਼ ਫੈਡਰੇਸ਼ਨਾਂ ਵਾਲੇ ਆਗੂ ਸੀ, ਉਹ ਚਾਹੇ ਮਹਿਤੇ ਚਾਵਲੇ ਆ, ਚਾਹੇ ਉਹ ਗਰੇਵਾਲ ਆ, ਤੇ ਚਾਹੇ ਹੋਰ ਫੈਡਰੇਸ਼ਨ ਧੜੇ, ਉਹਨਾਂ ਨੂੰ ਆਪਸ ਵਿੱਚ ਵੀ ਲੜਾਈ ਗਏ। ਕਦੇ ਨਹੀਂ ਕਿਹਾ ਭਾਈ ਵੱਡੇ ਬਾਦਲ ਨੇ ਜਾਂ ਬਾਦਲ ਜੁੰਡਲੀ ਨੇ ਵੀ ਤੁਸੀਂ ਸਾਰੇ ਇੱਕ ਫੈਡਰੇਸ਼ਨ ਬਣਾਓ। ਸਗਾਂ ਤੇ ਮਹਿਤੇ ਚਾਵਲੇ ਵਾਲੀ ਫੈਡਰੇਸ਼ਨ ਨੂੰ ਗਰੇਵਾਲ ਵਾਲੀ ਫੈਡਰੇਸ਼ਨ ਨਾਲ ਲੜਾਈ ਰੱਖਣਾ, ਭੂਮੇ ਵਾਲੀ ਫੈਡਰੇਸ਼ਨ ਨੂੰ, ਮਤਲਬ ਆਪਸ ਵਿੱਚ ਹੀ ਸਾਰਿਆਂ ਨੂੰ, ਪੀਰ ਮੁਹੰਮਦ ਵਾਲੀ ਫੈਡਰੇਸ਼ਨ, 35-40 ਫੈਡਰੇਸ਼ਨਾਂ ਬਣਾ ਕੇ ਉਹਨਾਂ ਦੀ ਸ਼ਕਤੀ ਪਹਿਲਾਂ ਤਾਂ ਤੋੜੀ ਗਈ, ਘਟਾਈ ਗਈ। ਅਖੀਰ ਉਹਨਾਂ ਸਾਰਿਆਂ ਨੂੰ ਆਪਦੇ ਮਥਾਜ ਬਣਾ ਲਿਆ। ਤੇ ਅੱਜ ਦੀ ਤਰੀਕ ਵਿੱਚ ਚਾਹੇ ਉਹ ਭਾਈ ਦਲਜੀਤ ਸਿੰਘ ਵਾਲੀ ਫੈਡਰੇਸ਼ਨ, ਤੇ ਚਾਹੇ ਭਾਈ ਦਲਜੀਤ ਸਿੰਘ ਤੋਂ ਦੁਖੀ ਹੋਏ ਰਹਿੰਦੇ ਮਹਿਤੇ ਚਾਵਲੇ, ਗਰੇਵਾਲ, ਪੀਰ ਮੁਹੰਮਦ, ਭੂਮੇ ਹੁਣਾਂ ਵਾਲੀ ਫੈਡਰੇਸ਼ਨਾਂ ਨੇ, ਉਹ ਸਾਰੀਆਂ ਖਤਮ ਨੇ। ਇਹ ਬਾਦਲ ਪਰਿਵਾਰ ਦੀ ਪੂਰੀ ਮਿਹਨਤ ਆ ਕਿ ਪੰਜਾਬ ਦੇ ਵਿੱਚੋਂ ਜਿਹੜੀ ਫੈਡਰੇਸ਼ਨ ਨੂੰ ਇੰਡੀਅਨ ਸਟੇਟ ਵੀ ਖਤਮ ਨਹੀਂ ਸੀ ਕਰ ਸਕੀ, ਖਾੜਕੂ ਲਹਿਰ ਮੌਕੇ ਪੂਰਾ ਜ਼ਬਰ ਜਿਹੜਾ ਫੈਡਰੇਸ਼ਨ ਤੇ ਕਰਨ ਦੇ ਬਾਵਜੂਦ ਫੈਡਰੇਸ਼ਨ ਨੂੰ ਕੁਝ ਹੋਇਆ ਨਹੀਂ। ਫੈਡਰੇਸ਼ਨ ਖੜੀ ਰਹੀ ਆ, ਅੜੀ ਰਹੀ ਆ, ਲੜਦੀ ਰਹੀ ਹੈ। ਅਸੀਂ ਸਾਰੇ ਫੈਡਰੇਸ਼ਨੀ ਹੀ ਆ, ਪਰ ਫੈਡਰੇਸ਼ਨ ਦਾ ਭੋਗ ਕਿਹਨੇ ਪਾਇਆ? ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ, ਬਾਦਲ ਜੁੰਡਲੀ। ਹੁਣ
ਫਿਰ ਨਵੀਂ ਜਿਹੜੀ ਭਰਤੀ ਆ ਉਹ ਕਿੱਥੋਂ ਆਵੇ? ਚਾਹੇ ਫੈਡਰੇਸ਼ਨ ਵਾਲੇ ਜਿੰਨਾ ਮਰਜ਼ੀ ਅਵਾ ਤਵਾ ਬੋਲਦੇ ਬਾਦਲਕਿਆਂ ਨੂੰ, ਲੈ ਦੇ ਕੇ ਵੋਟਾਂ ਵੇਲੇ ਤਾਂ ਇਹੀ ਕਹਿਣਾ ਸੀ ਨਾ ਕਿ ਆਪਾਂ ਵੋਟ ਜਿਹੜੀ ਆ ਉਹ ਕਾਂਗਰਸ ਨੂੰ ਨਹੀਂ ਪਾ ਸਕਦੇ, ਆਪਾਂ ਭਾਜਪਾ ਨੂੰ ਨਹੀਂ ਪਾ ਸਕਦੇ, ਚਲੋ ਆਪਾਂ ਅਕਾਲੀ ਦਲ ਨੂੰ ਵੋਟ ਪਾਈ। ਅਕਾਲੀ ਦਲ ਦੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਫੈਡਰੇਸ਼ਨ ਉਹਦੇ ਲਈ ਲਾਹੇਵੰਦ ਸਾਬਤ ਹੋ ਸਕਦੀ ਸੀ। ਪਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੇ ਇੱਕ ਨਵਾਂ ਸੱਪ ਕੱਢ ਲਿਆ, ਬਿਕਰਮ ਮਜੀਠੀਆ ਹੋਣਾ ਨੇ, ਕਿ ਐਵੇਂ ਹੀ ਆਪਾਂ ਨੂੰ ਵੀ ਮਿਹਣੇ ਮਾਰਨਗੇ, ਪੱਗਾਂ ਦਾੜੇ ਰੱਖੋ, ਗਾਤਰੇ ਕਿਰਪਾਨਾਂ ਰੱਖੋ, ਤੇ ਇਹ ਇੱਕ ਕਰਦਾਰ ਵਾਲੀ ਲੀਡਰਸ਼ਿਪ ਲੈ ਕੇ ਆਊ ਫੈਡਰੇਸ਼ਨ। ਤਾਂ ਆਪਾਂ ਇਹਦੇ ਉਲਟ ਕੁਝ ਨਵਾਂ ਸੋਚੀਏ। ਉਹ ਨਵਾਂ ਸੋਚਿਆ ਗਿਆ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, SOI। ਉਹਦੇ ਚ ਪੰਜਾਬ ਭਰ ਦੇ ਵਿੱਚੋਂ ਜੋ ਵੀ ਵਿੰਗਾ ਟੇਢਾ ਲਿਬੜ ਤਿੱਬੜ ਗੁੰਡਾ ਬਦਮਾਸ਼ ਪੈਸੇ ਧੇਲੇ ਵਾਲਾ, ਜਿਹਨੂੰ ਮਤਲਬ ਲੱਗਦਾ ਸੀਗਾ ਕਿ ਅਸੀਂ ਅਕਾਲੀ ਦਲਾਂ ਚ, ਅਕਾਲੀ ਸਭਾ ਚ, ਪੰਥਕ ਸਭਾ ਚ ਕਿੱਥੇ ਆ ਸਕਦੇ ਆ, ਸਾਡੇ ਤਾਂ ਔਗਣ ਸਾਨੂੰ ਢਕੇ ਹੀ ਬੈਠੇ। ਉਹ ਸਾਰੇ ਪੰਜਾਬ ਦੇ ਲੁੱਚੇ ਲੰਡੇ ਵਿੰਗੇ ਟੇਢੇ ਬੰਦੇ ਇਕੱਠੇ ਕਰਕੇ ਹੋਕਾ ਦੇਤਾ ਵੀ ਆ ਜਾਓ, ਤੇ ਉਹ ਸਾਰੀ ਬਣ ਗਈ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ। ਸੋਈ ਨਾਂ ਦੀ ਜਥੇਬੰਦੀ ਉਹ ਆ ਜਿਹਨੂੰ ਸਰਕਾਰ ਮੌਕੇ ਬਾਦਲਕਿਆਂ ਨੇ ਜਿੱਥੇ ਆਪਦੇ ਸਵਾਰਥਾਂ ਲਈ ਵਰਤਿਆ, ਉੱਥੇ ਉਹਨਾਂ ਦੇ ਦਿਲ ਖੋਲਤੇ, ਉਹਨਾਂ ਦੇ ਜਿਗਰੇ, ਉਹਨਾਂ ਨੂੰ ਹਮਾਇਤ, ਉਹਨਾਂ ਵਿੱਚੋਂ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਨਿਕਲਿਆ ਨਾ ਜੀ, ਆ ਜਿਹੜੀ ਬਦਮਾਸ਼ੀ ਗੁੰਡਾਗਰਦੀ, ਉਹਦੇ ਵਿੱਚੋਂ ਨਿਕਲੀ ਆ। ਕੁਛ ਸੋਈ ਦੇ ਹਮਾਇਤੀ ਤੇ ਕੁਛ ਸੋਈ ਦੇ ਵਰਕਰਾਂ ਜਾਂ ਆਗੂਆਂ ਦੇ ਸਤਾਏ ਹੋਏ ਬਹੁਤ ਵਿਰੋਧ ਵਿੱਚ ਡਟ ਗਏ, ਜਿਹੜੇ ਦੂਜੀਆਂ ਵਿਦਿਆਰਥੀ ਜਥੇਬੰਦੀਆਂ ਸੀ, ਜਿਨ੍ਹਾਂ ਲੋਕਾਂ ਨੇ ਪਟਿਆਲੇ ਯੂਨੀਵਰਸਿਟੀ ਤੇ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦੋਨਾਂ ਯੂਨੀਵਰਸਿਟੀਆਂ ਦੇ ਉਹ ਰੌਲੇ ਸਮਝੇ ਹੋਣ। ਆ ਸਾਰੀਆਂ ਪਈਆਂ YouTube ਤੇ ਵੀਡੀਓ, ਸੁਣ ਲਓ, ਰਤੇਸ਼ ਲੱਖੀ ਨੇ ਬੜੀਆਂ ਪਾਈਆਂ ਨੇ ਕਿ ਕਿਵੇਂ ਉੱਥੇ ਸੋਪੂ ਵਾਲਿਆਂ ਨੇ ਪੂਸੂ ਕੁੱਟਤੀ, ਪੂਸੂ ਨੇ ਸੋਪੂ, ਬੜਾ ਰਾਮ ਰੌਲਾ ਜਿਹਾ। ਉਹ ਸਾਰੇ ਰੌਲੇ ਕੋਲੇ ਵਿੱਚ ਸੋਈ ਜਿਹੜੀ ਜਥੇਬੰਦੀ ਸੀ, ਉਹਦਾ ਤੇ ਉਹਦੀ ਲੀਡਰਸ਼ਿਪ ਦਾ ਵੀ ਇੱਕ ਰੋਲ ਆ ਪੰਜਾਬ ਦੇ ਵਿੱਚ ਬਦਮਾਸ਼ਾਂ ਨੂੰ, ਗੁੰਡਾਗਰਦੀ ਨੂੰ, ਗੈਂਗਸਟਰ ਕਲਚਰ ਨੂੰ, ਨਸ਼ੇ ਨੂੰ, ਹਥਿਆਰਬੰਦ ਇਸ ਸਾਰੇ ਮਸਲੇ ਨੂੰ ਉਭਾਰਨ। ਸੋ ਇੱਕ ਟਾਈਮ ਦੇ ਉੱਤੇ ਫਿਰ ਉਹ ਵੀ ਹੌਲੀ ਹੌਲੀ ਆਪਦੀ ਸਾਖ ਗਵਾਉਂਦੀ ਗਈ। ਜਿਹੜੀ ਫੈਡਰੇਸ਼ਨ ਦੀ ਥਾਂ ਲੈਣ ਲਈ ਮਜੀਠੀਏ, ਸੁਖਬੀਰ ਨੇ ਤੇ ਰਾਜੂ ਖੰਨੇ ਵਰਗਿਆਂ ਨੇ ਸੋਈ ਬਣਾਈ ਸੀ, ਉਹਦਾ ਕੋਈ ਆਧਾਰ ਵਕਾਰ ਅੱਜ ਦਿਖਦਾ ਨਹੀਂ। ਤੇ ਸੋਈ ਦਾ ਮੈਂਬਰ ਬਣਨ ਦੇ ਲਈ ਕੋਈ ਵੀ ਨਵਾਂ ਨੌਜਵਾਨ ਉਵੇਂ ਉਤਸ਼ਾਹਤ ਨਹੀਂ ਜਿਵੇਂ ਹੋਣਾ ਚਾਹੀਦਾ, ਖਤਮ ਹੈ ਇੱਕ ਤਰੀਕੇ। ਤੇ ਜਦੋਂ ਤੁਹਾਡੇ ਕੋਲ ਇਸ ਤਰੀਕੇ ਦੀਆਂ ਧਿਰਾਂ ਧੜੇ ਨਾ ਹੋਣ, ਤੇ ਫਿਰ ਤੁਹਾਨੂੰ ਕਿੱਥੋਂ ਵੋਟ ਤੇ ਸਪੋਰਟ ਮਿਲ ਜੇ? ਜਿਵੇਂ ਇੱਕ ਇਹਨਾਂ ਨੇ ਉਹ ਮੁੰਡਾ ਸਰਬਜੀਤ ਸਿੰਘ ਆ, ਸ਼ਾਇਦ ਉਹਦਾ ਨਾਮ ਝਿੰਜਰ ਕਰਕੇ, ਫਤਿਹਗੜ੍ਹ ਸਾਹਿਬ ਇਲਾਕੇ ਚੋਂ, ਉਹਨੂੰ ਯੂਥ ਵਿੰਗ ਦਾ ਪ੍ਰਧਾਨ ਬਣਾਇਆ। ਉਹ ਜਿੰਨਾ ਮਰਜ਼ੀ ਇਮਾਨਦਾਰੀ ਨਾਲ ਕੰਮ ਕਰੇ, ਪਰ ਅਕਾਲੀ ਦਲ ਲਈ ਕੰਮ ਕਰਨ ਦਾ ਮਤਲਬ ਕੁਝ ਹੋਰ ਆ, ਬਾਦਲ ਪਰਿਵਾਰ ਲਈ, ਬਾਦਲ ਜੁੰਡਲੀ ਲਈ ਕੰਮ ਕਰਨ ਦਾ ਅਰਥ ਕੁਝ ਹੋਰ ਆ। ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਇਹਦਾ ਫਾਇਦਾ ਬਾਦਲ ਪਰਿਵਾਰ ਨੂੰ ਮਿਲੂ, ਤਾਂ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ, ਤੇ ਇਸ ਚੱਕਰ ਦੇ ਵਿੱਚ ਫਿਰ ਉਹ ਸਾਰੀ ਜਿਹੜੀ ਮਿਹਨਤ ਆ ਉਹ ਜ਼ੀਰੋ ਹੋ ਜਾਂਦੀ। ਸੋ ਜਦੋਂ ਫੈਡਰੇਸ਼ਨ ਖਤਮ ਕਰਤੀ, ਸੋਈ ਜਿਹੜੀ ਆ ਆਪਦੇ ਭਾਰ ਨਾਲ ਆਪ ਵਹਿ ਗਈ, ਅੱਜ ਦੀ ਤਰੀਕ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ। ਚਲੋ ਮੰਨ ਲਓ ਜਿਹੋ ਜਿਹਾ ਮਾਹੌਲ ਬਣਿਆ ਹੋਇਆ ਅੱਜ, ਜਿਵੇਂ ਦੋਨੇ ਧਿਰਾਂ ਦੇ ਵਿੱਚ ਕੁਰਬਲ ਹੋਣ ਲੱਗੀ ਹੋਈ ਆ, ਚਾਹੇ ਉਹ ਭਗੌੜੇ ਕਹਿ ਲਓ, ਚਾਹੇ ਬਾਗੀ ਕਹਿ ਲਓ, ਚਾਹੇ ਦਾਗੀ ਕਹਿ ਲਓ, ਜਿੰਨੇ ਵੀ ਇਹ ਧੜੇ ਨੇ ਬਾਦਲ ਦੇ ਜਿਹੜੇ ਹਮੈਤੀ ਤੇ ਵਿਰੋਧੀ, ਇਹਨਾਂ 'ਚ ਚਰਚਾ ਛਿੜੀ ਹੋਈ ਆ ਵੀ ਸੁਖਬੀਰ ਜੇ ਪਾਸੇ ਹੋ ਜਾਏ। ਮੰਨ ਲਓ ਸੁਖਬੀਰ ਬਾਦਲ ਪਾਸੇ ਹੋ ਜਾਂਦਾ, ਤੇ ਉਸ ਮੌਕੇ ਇਹ ਸਾਰੇ ਇਕੱਠੇ ਹੋ ਲੈਂਦੇ ਆ, ਚਲੋ ਮੰਨ ਲੈਂਦੇ ਆ ਅਕਾਲ ਤਖਤ ਸਾਹਿਬ ਦਾ ਜਿਹੜਾ 2 ਦਸੰਬਰ ਵਾਲਾ ਹੁਕਮਨਾਮਾ, ਉਹਦੀਆਂ ਕੁਝ ਗੱਲਾਂ ਹੋਰ ਮੰਨ ਕੇ ਅੱਗੇ ਤੁਰਦੇ। ਫੇਰ ਇੱਕ ਤਾਂ ਫਿਰ ਉਹ ਨੁਕਸ ਫੇਰ ਆ ਜਾਣਾ ਵੀ ਬੀਜੇਪੀ ਨਾਲ ਸਾਂਝ ਬਣਾਉਣੀ ਹੈ। ਚਲੋ ਬੀਜੇਪੀ ਨਾਲ ਸਾਂਝ ਬਣਾਉਣ ਜਾਂ ਨਾ ਬਣਾਉਣ ਦੇ ਨੁਕਤੇ ਨਾਲੋਂ ਕੀ ਪੰਜਾਬ ਦੇ ਉਹ ਨੌਜਵਾਨ ਜਿਹੜੇ ਅਕਾਲੀ ਦਲ ਦੀ ਹਮਾਇਤ ਵਿੱਚ ਆਉਣੇ ਚਾਹੀਦੇ ਆ, ਉਹ ਆ ਜਾਣਗੇ ਇਹੋ ਜਿਹੇ ਅਕਾਲੀ ਦਲ ਦੀ ਹਮਾਇਤ ਜੇ ਸੁਖਬੀਰ ਵੀ ਪਾਸੇ ਕਰ ਲਈ? ਇਹ ਵੀ ਤਾਂ ਸਵਾਲ ਹੈ। ਮਤਲਬ ਕਿ 1997 ਚ
ਜਦੋਂ ਪਹਿਲੀ ਵਾਰ ਇਹਨਾਂ ਦੀ ਉਹ ਸਰਕਾਰ ਬਣੀ ਜਿਹਨੇ ਆਹ ਦਿਨ ਲੈ ਕੇ ਆਂਦੇ ਇਸ ਪਾਰਟੀ ਦੇ 1997 ਤੋਂ 2017 ਤੱਕ ਸਰਕਾਰਾਂ ਹਟਾਉਂਦਿਆਂ ਨੇ ਜੋ ਵੀ ਝੋਲੀ 'ਚ ਕੂੜਾ ਕਰਕਟ ਕਲੰਕ ਖੱਟਿਆ, ਦਾਗਦਾਰ ਕੀਤਾ ਆਪਦੇ ਆਪ ਨੂੰ, ਉਹ ਜਿਹੜੇ ਬੱਚੇ ਉਸ ਟਾਈਮ 1997 ਚ ਜਿਹਦਾ ਜਨਮ ਹੋਇਆ ਹੋ, ਅੱਜ 2025 ਚ ਅੱਜ ਉਹ 27 28 ਸਾਲ ਦਾ ਨੌਜਵਾਨ ਆ। ਮੰਨ ਲਓ ਉਹ ਕਹਿੰਦਾ ਬੱਚਾ ਵੀ ਮੈਂ ਤਾਂ ਨਾ ਆਪ ਦਾ ਹਮਾਇਤੀ ਆ, ਨਾ ਮੈਂ ਕਾਂਗਰਸ ਦਾ ਹਮਾਇਤੀ ਆ, ਨਾ ਮੈਂ ਭਾਜਪਾ ਨਾਲ ਜਾਣਾ, ਨਾ ਮੈਂ ਕਿਸੇ ਹੋਰ ਨਾਲ ਜਾਣਾ, ਮੈਂ ਅਕਾਲੀ ਦਲ ਨਾਲ ਜਾਣਾ। ਕੀ ਉਸ ਨੌਜਵਾਨ ਦੇ ਲਈ ਕੋਈ ਰਾਹ ਹੈਗਾ ਕਿ ਉਹ ਇਸ ਨਵੇਂ ਬਣ ਸਕਦੇ ਅਕਾਲੀ ਦਲ ਦੀ ਹਮਾਇਤ ਕਰ ਜਾਵੇ? ਬਿਲਕੁਲ ਨਹੀਂ। ਸੋ ਜਾਂ ਤਾਂ ਕੋਈ ਇਹੋ ਜਿਹਾ ਰਾਹ ਢੰਗ ਤਰੀਕਾ ਬਣਾਉਣਾ ਪਊ ਜਿਵੇਂ ਸੋਈ ਜਾਂ ਫੈਡਰੇਸ਼ਨ ਸੀ। ਸੋ ਮੇਰੀ ਮੁਰਾਦ ਇਹ ਆ ਕਿ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਇੱਕ ਸਿੱਖ ਜਥੇਬੰਦੀ ਦਾ ਬਹੁਤ ਲੋੜ ਆ, ਜਿਹੜੀ ਕੌਮ ਨੂੰ, ਨੌਜਵਾਨ ਵਰਗ ਨੂੰ, ਦੇਖੋ ਜੇਕਰ ਇਹੋ ਜਿਹੀ ਫੈਡਰੇਸ਼ਨ ਵਰਗੀ ਨਵੀਂ ਧਿਰ ਨਾ ਉੱਭਰੀ ਤਾਂ ਸਾਡੇ ਨੌਜਵਾਨ ਬੱਚੇ ਬੱਚੀਆਂ ਆਮ ਆਦਮੀ ਪਾਰਟੀ ਦਾ ਝੰਡਾ ਚੱਕਣਗੇ, ਕਾਂਗਰਸ ਦਾ ਚੱਕਣਗੇ, ਭਾਜਪਾ ਦਾ ਚੱਕਣਗੇ, ਬਾਕੀ ਧਿਰਾਂ ਧੜੇ ਕਾਂਗਰਸ ਕਾਮਰੇਡ ਬੜੇ ਤੁਰੇ ਫਿਰਦੇ। ਤੋਂ ਅਸੀਂ ਸਿੱਖਾਂ ਦੇ ਉਹ ਬੱਚੇ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਕੌਮ ਦੇ ਸੰਘਰਸ਼ ਵਿੱਚ ਅਕਾਲੀ ਮੋਰਚਿਆਂ 'ਚ ਸੇਵਾ ਕੀਤੀ ਹੋਵੇ, ਉਹਨਾਂ ਦੇ ਨਿਆਣੇ ਆਮ ਆਦਮੀ ਪਾਰਟੀ ਦੇ ਝੰਡੇ ਚੱਕੀ ਫਿਰਨ, ਇਹ ਕਿੱਡੀ ਸ਼ਰਮਨਾਕ ਗੱਲ ਹੋ। ਸੋ ਪੰਜਾਬ ਦੀ ਸਿਆਸਤ ਦੀ ਲੋੜ, ਕੌਮ ਦੀ ਲੋੜ ਆ ਕਿ ਕੌਮ ਦਾ ਦਰਦ ਰੱਖਣ ਵਾਲੀ ਇੱਕ ਇਹੋ ਜਿਹੀ ਨਵੀਂ ਧਿਰ ਪੈਦਾ ਹੋਵੇ ਜਿਹੜੀ ਸਾਡੀ ਨੌਜਵਾਨ ਸਿੱਖ ਸ਼ਕਤੀ ਨੂੰ ਲਾਮਬੰਦ ਕਰੇ। ਇਹ ਨੌਜਵਾਨਾਂ ਬਾਰੇ ਆਪਾਂ ਮੰਨ ਲਓ ਕਿ ਇਹਨਾਂ ਨੂੰ ਨਾ ਮਾਨ ਦਲ, ਨਾ ਦਲ ਖਾਲਸਾ, ਨਾ ਸਿੱਖ ਯੂਥ ਆਫ ਪੰਜਾਬ, ਨਾ ਭਾਈ ਦਲਜੀਤ ਸਿੰਘ ਗਰੁੱਪ ਤੇ ਨਾ ਕੋਈ ਹੋਰ ਧਿਰ ਧੜਾ ਜਿਹੜਾ ਹੈਗਾ ਉਹ ਫਿੱਟ ਬੈਠਦਾ, ਨਾ ਇਹਨਾਂ ਨੂੰ ਆਪ ਫਿੱਟ ਬੈਠਦੀ ਆ, ਨਾ ਇਹਨਾਂ ਨੂੰ ਭਾਜਪਾ ਤੇ ਨਾ ਇਹਨਾਂ ਨੂੰ ਕਾਂਗਰਸ ਤੇ ਨਾ ਬਾਦਲ ਵਾਲਾ ਅਕਾਲੀ ਦਲ। ਇਹਨਾਂ ਨੌਜਵਾਨਾਂ ਦੀ ਸ਼ਕਤੀ ਨੂੰ ਫਿਰ ਇਉਂ ਤਾਂ ਨਹੀਂ ਛੱਡਿਆ ਜਾ ਸਕਦਾ। ਇਹਨਾਂ ਨੌਜਵਾਨਾਂ ਲਈ ਕੋਈ ਨਵੀਂ ਧਿਰ, ਕੋਈ ਨਵਾਂ ਧੜਾ, ਫੈਡਰੇਸ਼ਨ ਵਰਗਾ ਲਾਮਬੰਦ ਕਰਨਾ ਬੜਾ ਜ਼ਰੂਰੀ ਹੈ। ਪਰ ਸਾਡੇ ਸਾਹਮਣੇ ਹੈ ਕਿ ਭਾਈ ਅਮਰੀਕ ਸਿੰਘ ਦੇ ਸਕੇ ਭਤੀਜੇ ਭਾਈ ਕੰਵਰ ਚੜ੍ਹਤ ਸਿੰਘ, ਜਿਹੜਾ ਭਾਈ ਮਨਜੀਤ ਸਿੰਘ ਦਾ ਪੁੱਤਰ, ਉਹਨੇ ਵੀ ਉਪਰਾਲੇ ਕਰਕੇ ਦੇਖ ਲਏ, ਹੋਰ ਵੀ ਬਹੁਤ ਸਾਰਿਆਂ ਨੇ ਕਰਕੇ ਦੇਖ ਲਏ, ਗੱਲ ਕੋਈ ਬਣੀ ਨਹੀਂ। ਸੋ ਇਸ ਮੌਕੇ ਅਕਾਲੀ ਦਲ ਦੇ ਲਈ, ਜਿਹੜੇ ਸੱਚੇ ਸੁੱਚੇ ਅਕਾਲੀ ਨੇ, ਅਕਾਲੀ ਹੋਣ ਦਾ ਦਰਦ ਹੰਢਾ ਰਿਹਾ ਜਿਹੜੇ ਲੋਕ, ਕਿ ਅਸੀਂ ਕਿਹੜੇ ਕੁਝ ਡਿੱਗੀਏ। ਅਸੀਂ ਤਾਂ ਸੁਖਬੀਰ ਨੂੰ ਜਾਂ ਸੁਖਬੀਰ ਦੀ ਜੁੰਡਲੀ ਨੂੰ ਨਹੀਂ ਕਿਹਾ ਸੀ ਨਾ ਕਿ ਤੁਸੀਂ ਬਰਗਾੜੀ ਤੇ ਬਹਿਬਲ ਕਰ ਦਿਓ। ਅਸੀਂ ਥੋੜੀ ਕਿਹਾ ਸੀਗਾ ਕਿ ਤੁਸੀਂ ਸੈਣੀ ਵਰਗੇ ਬੁੱਚੜਾਂ ਨੂੰ ਅਹੁਦੇ ਦਿਓ। ਆ ਜਿਹੜਾ ਕੁਝ ਪੰਜਾਬ ਦੇ ਵਿੱਚ ਹੋਇਆ, ਜਿਹਦੇ ਨਾਲ ਕੌਮ ਦੀ ਦੁਰਗਤੀ ਹੋਈ, ਇਹ ਸਾਰਾ ਕੁਝ ਅਸੀਂ ਤਾਂ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਸੀ, ਪਰ ਅੱਜ ਅਸੀਂ ਹੋਰ ਜ਼ਿਆਦਾ ਦੁਖੀ ਹਾਂ ਕਿ ਅਸੀਂ ਕਾਹਦੇ ਅਕਾਲੀ ਆ ਜੇ ਸਾਡੇ ਪੁੱਤ ਪੋਤੇ ਕਾਂਗਰਸ ਨਾਲ, ਭਾਜਪਾ ਨਾਲ ਜਾਂ ਆਪ ਨਾਲ ਤੁਰ ਪੈਣ। ਸੋ ਉਹ ਸਿੱਖ ਪਰਿਵਾਰ ਜਿਨ੍ਹਾਂ ਨੇ ਸਦਾ ਪੰਥ ਨਾਲ, ਕੌਮ ਨਾਲ ਖੜਨਾ ਹੁੰਦਾ, ਉਹਨਾਂ ਦਾ ਬਹੁਤ ਔਖਾ ਹੈ। ਮੰਨ ਲਈ ਗੱਲ ਕਿ ਸੁਖਬੀਰ ਤੇ ਉਹਦੀ ਜੁੰਡਲੀ ਨੇ ਕੋਈ ਕਸਰ ਨਹੀਂ ਛੱਡੀ, ਪਰ ਇਸ ਗੱਲ ਦੇ ਨਾਲ ਪੰਥਕ ਪਰਿਵਾਰਾਂ ਦੇ ਬੱਚੇ ਕਿਹੜੇ ਖੂਹ 'ਚ ਸਿੱਟੇ ਜਾਣ। ਸੋ ਇਹ ਤੋਂ ਪਹਿਲਾਂ ਇਹ ਉਹ ਸਿੱਖ ਬੱਚੇ ਫੇਰ ਦੁਬਾਰਾ ਦੇਖੋ, ਜਦੋਂ ਸਿੱਖ ਨੌਜਵਾਨ ਪਿਛਲੀ ਵਾਰ ਬਾਦਲ ਕਿਆਂ ਤੋਂ ਦੁਖੀ ਸੀ, ਨਾਰਾਜ਼ ਸੀ, ਨਿਰਾਸ਼ ਸੀ, ਉਸ ਮੌਕੇ ਕਿੱਧਰ ਭੁਗਤੇ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ, ਜਿਹੜੀ 2017 ਚ ਸਿੱਖ ਸ਼ਕਤੀ ਦਾ ਗੁੱਸਾ ਸੀ ਕਿ ਤੁਸੀਂ ਬਰਗਾੜੀ ਕੀਤਾ, ਤੁਸੀਂ ਬਹਿਬਲ ਕੀਤਾ, ਪੁਲਿਸ ਤੋਂ ਜ਼ੁਲਮ ਕਰਾਇਆ, ਤੁਸੀਂ ਸਾਡੇ ਇਸ਼ਟ ਦੀ, ਸਾਡੇ ਧਰਮ ਦੀ ਬੇਪੱਤੀ ਕਰਵਾਤੀ, ਸਾਨੂੰ ਖੜਨ ਜੋਗੇ ਨਹੀਂ ਛੱਡਿਆ। ਇਸ ਗੁੱਸੇ ਦੇ ਵਿੱਚੋਂ ਕੀ ਲਿਆਂਦਾ? ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਤੇ ਉਹਨੇ 5 ਸਾਲ ਕੋਈ ਰਾਹ ਨਹੀਂ ਦਿੱਤਾ। ਫਿਰ ਅਗਲੀ ਵਾਰੀ ਆਈ ਤਾਂ ਆਮ ਆਦਮੀ ਪਾਰਟੀ ਲੈ ਆਂਦੀ। ਹੁਣ ਕੀ ਆਪਾਂ ਮੰਨ ਲਓ ਭਾਜਪਾ ਲੈ ਆਵਾਂਗੇ ਜਾਂ ਕੀ ਆਪਾਂ ਸੁਖਬੀਰ ਵਰਗੇ ਲੈ ਆਵਾਂਗੇ? ਉਹ ਤਾਂ ਇੱਕ ਵੱਖਰਾ ਚੈਪਟਰ ਆ ਵੀ ਕਿਹਨੂੰ ਲਿਆਉਣਾ ਪੰਜਾਬ। ਪਰ ਜਿਹੜੀ ਪੰਜਾਬ ਦੀ ਨੌਜਵਾਨ ਸਿੱਖ ਸ਼ਕਤੀ ਆ, ਜਿਹੜੀ ਕਦੇ ਕਾਂਗਰਸ ਨੂੰ ਲਿਆਉਂਦੀ ਰਹੀ, ਕਦੇ ਆਪ ਨੂੰ ਲਿਆਉਂਦੀ ਰਹੀ,
ਉਹਨੂੰ ਪੰਥ ਲਈ, ਕੌਮ ਲਈ ਸੋਚਣ ਜੋਗੇ ਕਿਹਨੇ ਕਰਨ? ਇੱਕ ਝਟਕੇ 'ਚ ਤਾਂ ਉਹਨਾਂ ਨੇ ਖਾਲਿਸਤਾਨੀ ਜਾਂ ਸਿੱਖ ਸੰਘਰਸ਼ ਦੇ ਹਮੇਤੀ ਬਣ ਨਹੀਂ ਜਾਣਾ, ਪਰ ਉਹਨਾਂ ਲਈ ਇੱਕ ਸਮੂਥ ਜਿਹਾ, ਇੱਕ ਪੋਲਾ ਜਿਹਾ, ਇੱਕ ਸ਼ਾਂਤ ਜਿਹਾ ਮਾਹੌਲ, ਜਿਹਦੇ ਵਿੱਚ ਉਹ ਘਰਾਂ ਚੋਂ ਨਿਕਲ ਕੇ ਇੱਕ ਸਿੱਖ ਜਥੇਬੰਦੀ ਦੇ ਪਲੇਟਫਾਰਮ ਤੇ ਆਉਣ ਜੋਗੇ ਹੋ ਜਾਣ। ਸੋ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਸਾਰੇ ਸਿੱਖਾਂ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਡੀ ਸਿੱਖ ਨੌਜਵਾਨੀ ਨੂੰ ਕੋਈ ਇਹੋ ਜਿਹਾ ਨਵਾਂ ਪਲੇਟਫਾਰਮ ਉਭਾਰ ਕੇ ਦਿੱਤਾ ਜਾਵੇ ਜਿਹੜਾ ਉਹਨਾਂ ਨੂੰ ਰਵਾਇਤੀ ਜਿਹੜੀਆਂ ਧਿਰਾਂ ਧੜੇ ਨੇ, ਹੁਣ ਤਾਂ ਆਮ ਆਦਮੀ ਪਾਰਟੀ ਵੀ ਉਸੇ ਵਹਿਣ 'ਚ ਵਹਿ ਚੁੱਕੀ, ਇਧਰੋਂ ਰੋਕ ਸਕੇ। ਉਹ ਇਹੋ ਜਿਹਾ ਪਲੇਟਫਾਰਮ ਹੋਵੇ ਜਿਹੜਾ ਸਿੱਖ ਨੌਜਵਾਨੀ ਨੂੰ ਬਾਣੀ ਤੇ ਬਾਣੇ ਨਾਲ ਜੋੜੇ, ਉਹਨਾਂ ਨੂੰ ਪੋਜ਼ਿਟਿਵਿਟੀ ਨਾਲ ਜੋੜੇ, ਉਹਨਾਂ ਨੂੰ ਆ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਅਯਾਸ਼ੀ, ਬਦਮਾਸ਼ੀ ਤੇ ਨਸ਼ੇ ਨਾਲ ਜੋੜਿਆ ਜਾ ਰਿਹਾ, ਗੰਦਗੀ ਨਾਲ ਜੋੜਿਆ ਜਾ ਰਿਹਾ, ਅਸ਼ਲੀਲਤਾ ਨਾਲ ਜੋੜਿਆ ਜਾ ਰਿਹਾ, ਦੁਰਾਚਾਰ ਤੇ ਵਿਭਚਾਰ, ਇਹਨੂੰ ਇੱਕ ਆਮ ਗੱਲ ਬਣਾਇਆ ਜਾ ਰਿਹਾ। ਇਹ ਸਾਡੇ ਬੱਚੇ ਬੱਚੀਆਂ ਨੂੰ ਕਿਹਨੇ ਸਾਂਭਣਾ? ਮੈਂ ਪਿਛਲੇ ਕਈ ਪ੍ਰੋਗਰਾਮਾਂ 'ਚ ਇੱਕ ਸੀਰੀਅਲ ਦੀ ਗੱਲ ਕਰਦਾ ਰਿਹਾ, ਔਰਤ ਔਰ ਗਾਜੀ, ਓਸਮਾਨ ਗਾਜੀ। ਮੈਂ ਉਹਦੇ 'ਚ ਇੱਕ ਗੱਲ ਨੋਟ ਕੀਤੀ ਆ ਕਿ ਉਹ ਕੌਮਾਂ ਜਦੋਂ ਲੜਦੀਆਂ ਭਿੜਦੀਆਂ ਸੀ ਤਾਂ ਆਪਦੀ ਕੌਮ ਦੀ ਜਿਹੜੀ ਉਹਨਾਂ ਦੀ ਨਵੀਂ ਪੈਦਾਵਾਰ ਸੀ, ਉਹਨਾਂ ਦੀ ਤਰਬੀਅਤ ਕਰਾਉਂਦੇ ਸੀ। ਤਰਬੀਅਤ ਤੋਂ ਭਾਵ ਸਿਖਲਾਈ। ਮੈਂ ਮੁਸਲਮਾਨਾਂ ਦੇ ਬਾਰੇ ਵੀ ਸੁਣਿਆ ਕਿ ਉਹ ਨਵੇਂ ਬੱਚਿਆਂ ਨੂੰ ਧਰਮ ਨਾਲ ਜੋੜਨ ਦੀ ਸਿੱਖਿਆ ਦਿੰਦੇ ਆ। ਸਾਡੇ ਇਹ ਰਿਵਾਜ ਨਹੀਂ ਹੈ। ਸਾਡੀ ਕੌਮ ਦੇ ਵਿੱਚ ਕੁਝ ਸ਼ਹਿਰੀ ਸਿੱਖਾਂ ਨੇ, ਕੁਝ ਪੇਂਡੂ ਸਿੱਖਾਂ ਨੇ ਆਪਦੇ ਲੈਵਲ ਤੇ ਜ਼ਰੂਰ ਉਪਰਾਲੇ ਕੀਤੇ ਆ। ਇਹਨਾਂ ਦਿਨਾਂ 'ਚ ਗਰਮੀਆਂ ਦੀਆਂ ਛੁੱਟੀਆਂ ਨੇ, ਥਾਂ ਥਾਂ ਦੇ ਉੱਤੇ ਕੈਂਪ ਲਾ ਕੇ ਕੁਝ ਲੋਕ ਉਪਰਾਲੇ ਕਰ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ ਵੱਲੋਂ ਜਿਸ ਤਰੀਕੇ ਨਾਲ ਇਹੋ ਜਿਹੇ ਪ੍ਰੋਗਰਾਮਾਂ ਦੀ ਲੋੜ ਸੀ, ਉਵੇਂ ਨਹੀਂ ਹੈ। ਪਰ ਇਹ ਇੱਕ ਵਿਸ਼ਾ ਤਾਂ ਹੈਗਾ ਹੀ ਹੈ ਨਾ ਵੀ ਸਾਡੀ ਕੌਮ ਦੀ ਨੌਜਵਾਨੀ ਨੂੰ, ਸਾਡੇ ਬੱਚਿਆਂ ਨੂੰ ਅੱਲੜ ਉਮਰ ਦੇ ਵਿੱਚ ਹੀ ਉਹਨਾਂ ਨੂੰ, ਇਹ ਤੋਂ ਪਹਿਲਾਂ ਕਿ ਉਹ ਕਾਮਰੇਡਾਂ ਦੇ, RSS ਦੇ, ਡੇਰੇਦਾਰ ਸਾਧਾਂ ਦੇ ਜਾਂ ਐਂਟੀ ਸਿੱਖ ਤਾਕਤਾਂ ਦੇ ਧੱਕੇ ਚੜ੍ਹਨ ਤੇ ਕਰਾਹੇ ਪੈ ਜਾਣ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਮੌਕੇ ਸਿਰ ਸੰਭਾਲੀਏ ਤੇ ਉਹਨਾਂ ਨੂੰ ਕੌਮ ਦੇ ਇੱਕ ਸੂਝਵਾਨ ਤੇ ਸਿਆਣੇ ਆਗੂ ਦੇ ਤੌਰ ਤੇ ਤਿਆਰ ਕਰਨਾ ਸ਼ੁਰੂ ਕਰੀ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਅੱਜ ਅਸੀਂ ਜਿੰਨੇ ਜੋਗੇ ਹੈਗੇ ਆ ਕੌਮ ਦੀ ਗੱਲ ਕਰਦੇ, ਅਸੀਂ ਬਹੁਤ ਵੱਡੀ ਤੋਪ ਨਹੀਂ ਬਣ ਸਕੇ, ਅਸੀਂ ਬਹੁਤ ਵੱਡੀ ਗੱਲ ਨਹੀਂ ਹੋਵਾਂਗੇ, ਪਰ ਅਸੀਂ ਕੌਮ ਦੀ ਗੱਲ ਕਰਨ ਜੋਗੇ ਬਣ ਗਏ। ਕਿਉਂ ਬਣ ਸਕੇ? ਮੈਨੂੰ ਉਹ ਦਿਨ ਚੇਤੇ ਆ ਜਦੋਂ ਬਿਲਕੁਲ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਸਧਾਰਨ ਕੱਪੜਿਆਂ ਦੇ ਨਾਲ ਕਾਲਜ ਪੜ੍ਹਨ ਜਾਂਦੇ ਸੀ, ਤਾਂ ਉੱਥੇ ਸਾਡੀ ਇੱਕ ਖਾਸ ਜਿਹੜੀ ਆ ਅਦਬ ਸਤਿਕਾਰ ਵਾਲੀ ਜਿਹੜੀ ਹੁੰਦੀ ਸੀ ਕਿ ਅਸੀਂ ਕਾਲਜ ਦੀ ਫੈਡਰੇਸ਼ਨ ਦਾ ਹਿੱਸਾ ਹੁੰਦੇ ਸੀ। ਤੋ ਜਿਹੜਾ ਅੱਜ ਦਾ ਨੌਜਵਾਨ, ਉਹਨੂੰ ਵੀ ਪਲੇਟਫਾਰਮ ਦੀ ਲੋੜ ਆ। ਜਵਾਨੀ ਨੂੰ ਇਹ ਹੁੰਦਾ ਕਿ ਮੈਨੂੰ ਕੁਝ ਮੰਨਿਆ ਜਾਵੇ, ਆਈ ਐਮ ਸਮਥਿੰਗ, ਮੈਂ ਕੁਝ ਹੈਗਾ। ਉਹ ਉਹਨਾਂ ਨੂੰ ਜਿਹੜੀਆਂ ਨਵੀਆਂ ਧਿਰਾਂ ਧੜੇ ਸਾਂਭਣ ਨੂੰ ਬੈਠੇ, ਅਗਲੇ ਮੂੰਹ ਅੱਡੀ ਬੈਠੇ, ਉਹਨਾਂ ਨੂੰ ਕਰਾਹੇ ਪਾਉਣ ਵਾਲੇ। ਤੋ ਸਿੱਖ ਸ਼ਕਤੀ ਆ ਜਿਹੜੀ, ਸਿੱਖ ਪਾਵਰ, ਉਹਨੂੰ ਆਪਾਂ ਐਂ ਫ੍ਰੀ ਛੱਡਿਆ ਹੋਇਆ ਤੇ ਜਦੋਂ ਉਹ ਦੂਜੇ ਪਾਸੇ ਭੁਗਤ ਜਾਂਦੇ ਆ ਫਿਰ ਆਪਾਂ ਚੀਕਾਂ ਮਾਰਦੇ ਆ। ਮੰਨ ਲਈ ਗੱਲ ਕਿ ਬਾਦਲ ਕਿਆਂ ਨੇ ਬਹੁਤ ਮਾਹੌਲ ਖਰਾਬ ਕਰਤਾ, ਪਰ ਆਪਾਂ ਕੀ ਕਰ ਰਹੇ? ਸੋ ਜਿਹੜੇ ਪੰਥਕ ਸੋਚ ਵਾਲੇ ਸਾਡੇ ਭਰਾ ਨੇ, ਭੈਣਾਂ ਨੇ, ਉਹਨਾਂ ਸਾਹਮਣੇ ਇਹ ਇੱਕ ਸਵਾਲ ਆ ਕਿ ਕੌਮ ਦੀ ਉਹ ਨੌਜਵਾਨੀ ਜਿਹੜੀ 15 ਤੋਂ 25 ਸਾਲ ਦੇ ਵਿਚਾਲੇ ਉਮਰ ਵਾਲੀ ਹੈ, ਉਹਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ, ਉਹਨੂੰ ਜੋੜਿਆ ਜਾਵੇ ਤੇ ਜਦੋਂ ਉਹ ਉਮਰ ਦੇ 50 ਸਾਲ ਵਾਲੇ ਗੇੜ ਵਿੱਚ ਹੋਣ, ਚਾਹੇ ਇਨ ਬਿਟਵੀਨ ਉਹ ਕੁਝ ਵੀ ਕਰਨ, ਪੜ੍ਹਨ, ਲਿਖਣ, ਅੱਗੇ ਵਧਣ, ਪਰ ਉਮਰ ਦੇ ਇੱਕ ਦੌਰ 'ਚ ਜਾ ਕੇ ਉਹ ਕਹਿਣ ਕਿ ਸਾਰੀ ਉਮਰ ਮੈਂ ਨੌਕਰੀ ਕੀਤੀ ਆ, ਮੈਂ ਬੈਂਕ 'ਚ ਸੀ, ਮੈਂ ਫਲਾਣੇ ਥਾਂ ਤੇ ਸੀ, ਪਰ 15 ਤੋਂ 25 ਸਾਲ ਦੇ ਵਿਚਾਲੇ ਜਦੋਂ ਮੇਰੀ ਉਮਰ ਸੀ, ਉਦੋਂ ਮੈਂ ਫਲਾਨੀ ਜਥੇਬੰਦੀ ਨਾਲ ਜੁੜਿਆ ਸੀ, ਗੁਰਮਤ ਦੀ ਸੇਧ ਟ੍ਰੇਨਿੰਗ ਲਈ ਸੀ, ਅੱਜ ਉਹਦੀ ਲੋੜ ਆ, ਮੈਂ ਅੱਜ ਆਪਣੇ ਬੱਚੇ ਸੈੱਟ ਕਰ ਲਏ, ਮੈਂ ਨੌਕਰੀ ਤੋਂ ਰਿਟਾਇਰ ਹੋ ਗਿਆ, ਮੈਂ ਕੌਮ ਦੇ ਕਿਸੇ ਕੰਮ ਆਵਾਂ। ਫਿਰ ਬੁੱਢੇ ਤੋਤੇ ਨਹੀਂ ਪੜ੍ਹਦੇ ਹੁੰਦੇ। ਉਦੋਂ ਜੇ ਕਹੀਏ ਵੀ ਉਦੋਂ ਸਿਖਾ ਲਾਂਗੇ ਉਹਨਾਂ ਨੂੰ, ਉਦੋਂ ਤਾਂ ਜੋ ਕੁਝ ਉਹਨਾਂ ਨੇ ਆਪਦੀ ਨੌਕਰੀ ਦੌਰਾਨ ਸਿੱਖਿਆ ਹੋਣਾ, ਉਹੀ ਉਹਨਾਂ ਲਈ ਸਭ ਕੁਝ ਹੋਣਾ। ਆ ਉਹ ਦੌਰ ਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਇਜ਼ਮ ਨਾਲ ਜੋੜੀਏ, ਸਿੱਖ ਫਲਸਫੇ ਨਾਲ ਜੋੜੀਏ, ਗੁਰਬਾਣੀ ਤੇ ਇਤਿਹਾਸ ਨਾਲ ਜੋੜੀਏ। ਸੋ ਆਓ ਆਪਣਾ ਫਰਜ਼ ਜਿਹੜਾ ਸਮਝੀਏ,
ਸਿੱਖ ਨੌਜਵਾਨ ਸ਼ਕਤੀ ਨੂੰ ਲਾਮਬੰਦ ਕਰਕੇ ਖਾਲਿਸਤਾਨ ਦੇ ਝੰਡੇ ਚੁਕਾਉਣ ਤੋਂ ਪਹਿਲਾਂ ਉਹਨਾਂ ਦਾ ਇੱਕ ਹੋਰ ਪੜਾਅ, ਜਿਵੇਂ ਅੱਜ ਅਸੀਂ ਜਦੋਂ ਕਾਲਜਾਂ ਸਕੂਲਾਂ 'ਚ ਜਾਂਦੇ ਹਾਂ ਉਦੋਂ ਪਹਿਲਾਂ ਅਸੀਂ ਪਹਿਲੀ ਕੱਚੀ 'ਚ ਦਾਖਲ ਹੁੰਦੇ, ਪਹਿਲੀ ਕੱਚੀ 'ਚ ਨਿਆਣਿਆਂ ਨੂੰ ਦਾਖਲ ਕਰੀਏ, ਉਹਨਾਂ ਨੂੰ ਧਰਮ ਨਾਲ ਜੋੜੀਏ। ਫੈਡਰੇਸ਼ਨ ਖਤਮ ਆ, ਸੋਈ ਖਤਮ ਆ, ਹੋਰ ਜਿਹੜੀਆਂ ਧਿਰਾਂ ਧੜੇ ਨੇ ਉਹ ਉਵੇਂ ਦਾ ਰੋਲ ਨਹੀਂ ਨਿਭਾ ਰਿਹਾ। ਬਹੁਤ ਭਾਰੀ ਲੋੜ ਆ ਕਿ ਕੌਮ ਦੀ ਨੌਜਵਾਨ ਸ਼ਕਤੀ ਨੂੰ ਇੱਕ ਸਾਂਝਾ ਪਲੇਟਫਾਰਮ ਉਭਾਰ ਕੇ ਦਿੱਤਾ ਜਾਵੇ। ਸੋ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ, ਇਹ ਮੇਰੀ ਬੇਨਤੀ ਆ। ਇੱਥੇ ਸਮਾਪਤੀ ਕਰਦੇ ਹਾਂ ਜੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।